ਬਹੁਜਨ ਦ੍ਰਵਿੜ ਪਾਰਟੀ ਬੇਗਮਪੁਰਾ ਭਾਰਤ ਭਾਈਚਾਰਾ ਯਾਤਰਾ ਲੈ ਕੇ ਉਹ ਅੱਜ ਪਹੁੰਚੇ ਨੇ। ਅੱਜ ਹੁਸ਼ਿਆਰਪੁਰ ਵਿੱਚ ਹੈਗੇ ਉਹਨਾਂ ਦੇ ਹਿਸਾਬ ਦੇ ਨਾਲ ਦਲਿਤ ਜੇ ਕੋਈ ਮੁੱਛ ਰੱਖ ਲੈਂਦਾ ਤਾਂ ਕੁੱਟਿਆ ਜਾਂਦਾ ਹੈਗਾ, ਜੇ ਕੋਈ ਘੋੜੀ ਤੇ ਚੜ੍ਹ ਜਾਂਦਾ ਮਾਰਿਆ ਜਾਂਦਾ। ਇੱਥੋਂ ਤੱਕ ਕਿ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਵੀ ਜੇ ਕਿਸੇ ਨੇ ਚੰਗੇ ਸੋਹਣੇ ਕੱਪੜੇ ਪਾ ਲਏ ਤਾਂ ਉਹਨਾਂ ਦੇ ਕੋਲੋਂ ਉਹ ਵੀ ਜਰਿਆ ਨਹੀਂ ਜਾਂਦਾ ਹੈਗਾ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਕਿ ਇਹ ਇੱਕ ਤਾਂ ਹੋ ਗਈ ਬਿਮਾਰੀ ਹੈ ਨਾ ਜੀ, ਵੀ ਆ ਇੱਕ ਪ੍ਰੋਬਲਮ ਆ ਤੇ ਸਾਨੂੰ ਉਹ ਆਪਣਾ ਹਿੱਸਾ ਨਹੀਂ ਮੰਨਦੇ, ਸਾਨੂੰ ਉਸ ਤਰੀਕੇ ਨਾਲ ਮਾਣ ਸਨਮਾਨ ਨਹੀਂ ਦਿੰਦੇ ਹੈਗੇ। ਭਾਰਤ ਦਾ ਸੰਵਿਧਾਨ ਹੈਗਾ, ਤੁਹਾਨੂੰ ਲੱਗਦਾ ਕਿ ਉਹਦੇ ਵਿੱਚੋਂ ਤੁਹਾਡੀ ਆਜ਼ਾਦੀ, ਤੁਹਾਡੀ ਅਣਖ, ਤੁਹਾਡੀ ਮਾਣ ਮਰਿਆਦਾ, ਤੁਹਾਨੂੰ ਲੱਗਦਾ ਕਿ ਉਹਦੇ ਵਿੱਚੋਂ ਨਿਕਲ ਸਕਦਾ ਕੋਈ ਰਾਹ? ਜਿਹੜੇ ਪਿਛਲੇ ਮਨੂ ਸਮ੍ਰਿਤੀ ਦਾ ਟਾਈਮ ਸੀਗਾ ਉਸ ਤੋਂ ਜਿਹੜੀ ਚੀਜ਼ਾਂ ਚੱਲੀਆਂ ਸੀਆਂ ਉਹੀ ਅੱਜ ਕੱਲ੍ਹ ਦੀ ਸਰਕਾਰ ਜਿਹੜੀ ਹੈ ਉਸ ਨੂੰ ਲੈ ਕੇ ਚੱਲ ਰਹੀ ਹੈਗੀ ਹੈ। ਜੇ ਤੁਸੀਂ ਰਾਜ ਲੈਣਾ ਤਾਂ ਰਾਜ ਤੁਹਾਨੂੰ ਉੱਦਾਂ ਨਹੀਂ ਮਿਲਣਾ ਹੈਗਾ, ਔਰ ਰਾਜ ਦੇ ਲੈਣ ਦੇ ਲੈ ਤੁਹਾਨੂੰ ਐਕਚੁਅਲੀ ਜਿਹੜਾ ਹੈਗਾ ਤੁਹਾਨੂੰ ਬਾਹਰ ਨਿਕਲਣਾ ਪਏਗਾ। ਜੇ ਕਹੋ ਕਿ ਤੁਹਾਨੂੰ ਵੈਸੇ ਹੀ ਤੁਹਾਨੂੰ ਕੋਈ ਰਾਜ ਦੇ ਕੋਈ ਪਰੋਸਣ ਵਾਲਾ ਨਹੀਂ ਹੈ ਤਾਂ ਰਾਜ ਤੁਹਾਨੂੰ ਖੋਣਾ ਪਏਗਾ, ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਏਗੀ। ਜੇ ਤੁਸੀਂ ਰਾਜ ਦੀ ਗੱਲ ਕਰਦੇ ਹੋ ਜਾਂ ਤੁਹਾਨੂੰ ਇਹ ਲੱਗਦਾ ਕਿ ਅਸੀਂ ਜਦੋਂ ਤੁਹਾਡੇ ਵਰਗੇ ਲੋਕ ਕਾਬਜ਼ ਹੋ ਜਾਣਗੇ ਸੱਤਾ ਦੇ ਉੱਪਰ ਇਸ ਸੰਵਿਧਾਨ ਦੇ ਤਹਿਤ ਫਿਰ ਤੁਸੀਂ ਆਜ਼ਾਦੀ ਦਾ ਨਿੱਘ ਮਤਲਬ ਤੁਸੀਂ ਆਪਣੀ ਆਜ਼ਾਦੀ ਦਾ ਰਾਹ ਜਿਹੜਾ ਹੈਗਾ ਕਾਹਦੇ ਚੋਂ ਲੱਭਦੇ ਹੋ? ਜਿੱਦਾਂ ਕਿ ਸਾਨੂੰ ਸਿੱਖਿਆ ਦਾ ਅਧਿਕਾਰ ਹੋਣਾ ਚਾਹੀਦਾ, ਸਾਨੂੰ ਜ਼ਮੀਨ ਦਾ ਅਧਿਕਾਰ ਹੋਣਾ ਚਾਹੀਦਾ, ਸਾਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ। ਇਹ ਤਾਂ ਅਧਿਕਾਰ ਤੁਹਾਨੂੰ ਦਿੰਦਾ ਹੈਗਾ, ਭਾਰਤ ਦਾ ਸੰਵਿਧਾਨ ਵੀ ਦਿੰਦਾ ਹੈਗਾ, ਉਹ ਵੀ ਦਿੰਦਾ ਹੈਗਾ। ਉਹ ਤੁਹਾਨੂੰ ਕਹਿੰਦੇ ਆ ਕਿ 5 ਸਾਲ ਬਾਅਦ ਵੋਟਾਂ ਆ ਗਈਆਂ, ਪਾਓ ਤੁਸੀਂ ਵੋਟਾਂ, ਪਰ ਵੋਟਾਂ ਤੁਸੀਂ ਪਾਉਣੇ ਹੈਗੇ ਹੋ, ਸਾਰਾ ਕੁਝ ਕਰਦੇ ਹੋ, ਪਰ ਤੁਹਾਨੂੰ ਆਜ਼ਾਦੀ ਤਾਂ ਫਿਰ ਵੀ ਨਹੀਂ। ਤੁਸੀਂ ਦੇਖੋ ਕਿੰਨੇ 75 76 77 ਵਰੇ ਹੋ ਗਿਆ, ਭੱਜ ਵੀ ਰੁਲਦੇ ਪਏ। ਇੱਥੇ ਤੁਹਾਨੂੰ ਪੰਜਾਬ ਦੇ ਸਿੱਖਾਂ ਨੇ ਘੋੜੇ ਤੇ ਵੀ ਚੜਾਇਆ ਹੈ ਨਾ, ਪੰਜਾਬ ਦੇ ਸਿੱਖਾਂ ਨੇ ਕਾਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੈ ਨਾ, ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਵਿਚਾਰਧਾਰਾ ਹੈਗੀ ਉਹਨੇ ਘੋੜੇ ਤੇ ਚੜਾਇਆ ਤੁਹਾਨੂੰ ਹੈ ਨਾ ਜੀ। ਅੱਛਾ, ਕਈ ਵਾਰ ਨਾ ਆਪਾਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਭਾਰਤ ਦਾ ਸੰਵਿਧਾਨ ਆ ਡਾਕਟਰ ਅੰਬੇਦਕਰ ਜੀ ਹੈ ਨਾ ਉਹਨਾਂ ਨੇ ਲਿਖਿਆ, ਉਹਨਾਂ ਨੇ ਸਿੱਖਾਂ ਨੂੰ 6 ਇੰਚ ਦੀ ਕਿਰਪਾਨ 3 ਫੁੱਟ ਦੀ ਕਿਰਪਾਨ ਕੈਰੀ ਕਰਨ ਦੀ ਆਗਿਆ ਦਿੱਤੀ ਹੈਗੀ ਆ। ਪਰ ਇੱਥੇ ਸਰਦਾਰ ਸਿਮਰਨ ਸਿੰਘ ਮਾਨ ਇਲੈਕਸ਼ਨ ਜਿੱਤਦੇ ਆ, ਪਾਰਲੀਮੈਂਟ 'ਚ ਜਾਂਦੇ ਆ, ਉਹਨਾਂ ਨੂੰ ਉਹ ਸ੍ਰੀ ਸਾਹਿਬ ਲੈ ਕੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਹੈਗਾ। ਭਾਰਤ ਦਾ ਸੰਵਿਧਾਨ ਤੁਹਾਨੂੰ ਆਗਿਆ ਦਿੰਦਾ, ਉਹ ਇੱਦਾਂ ਕਹਿੰਦੇ ਹੈਗੇ ਆ। ਪਰ ਮੈਂ ਕਈ ਵਾਰ ਇਹ ਸੋਚਦਾ ਹੈਗਾ ਕਿ ਭਾਰਤ ਦਾ ਸੰਵਿਧਾਨ ਤੁਹਾਨੂੰ 6 ਇੰਚ ਦੀ ਕਿਰਪਾਨ ਕੈਰੀ ਕਰਨ ਦੀ ਆਗਿਆ ਦਿੰਦਾ, 3 ਫੁੱਟ ਦੀ ਕਿਰਪਾਨ, ਪਰ ਇਦੋਂ ਆਪਾਂ ਪਿੱਛੇ ਚੱਲ ਜਾਂਦੇ ਹਾਂ ਜਦੋਂ ਤਾਂ ਗੁਰੂ ਸਾਹਿਬ ਜੀ ਨੇ ਤਾਂ ਇਦੋਂ ਕਿਤੇ ਪਹਿਲਾਂ ਤੁਹਾਨੂੰ ਰਾਜ ਬਖਸ਼ਿਆ ਸੀਗਾ, ਸਾਡਾ ਰਾਜ ਹੁੰਦਾ ਸੀਗਾ। ਇੱਕ ਉਹ ਚੀਜ਼ ਵਾ, ਇੱਕ ਭਾਰਤ ਦਾ ਸੰਵਿਧਾਨ ਆ। ਕੰਪੈਰੀਜ਼ਨ ਕਰਦੇ ਹੋ ਤੁਸੀਂ ਕਦੇ ਕਦੇ? ਉਹ ਤਾਂ ਸਿੱਖ ਕੌਮ ਦੇ ਕੋਲ ਤਾਂ ਆਪਣਾ ਰਾਜ ਸੀਗਾ, ਆਪਣੀਆਂ ਤੋਪਾਂ ਸੀਗੀਆਂ। ਇੱਥੇ ਤੁਸੀਂ 3 ਫੁੱਟ ਦੀ ਕਿਰਪਾਨ ਤੇ ਸੀਮਿਤ ਹੋ ਕੇ ਰਹਿ ਗਏ, ਉਹ ਵੀ ਪਾਰਲੀਮੈਂਟ 'ਚ ਨਹੀਂ ਲੈ ਕੇ ਜਾਣ ਦਿੰਦੇ ਉਹ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿੱਖ ਕੌਮ ਤੋਂ ਜੇ ਤੁਸੀਂ ਪ੍ਰਭਾਵਿਤ ਅੱਜ ਹੁੰਦੇ ਹੋ ਤਾਂ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਸਿੱਖ 75 ਸਾਲਾਂ ਬਾਅਦ ਵੀ ਸਿੱਖ ਤੇ ਮੁੜ ਆਜ਼ਾਦੀ ਦੇ ਰਾਹ ਪਏ ਹੋਏ ਆ ਵੀ ਜਿਹੜਾ ਸਾਡਾ ਕਦੀ ਰਾਜ ਹੁੰਦਾ ਸੀ ਅਸੀਂ ਉਹ ਖਾਲਸਾ ਰਾਜ ਚਾਹੁੰਦੇ ਹਾਂ। ਤੁਹਾਨੂੰ ਲੱਗਦਾ ਕਿ ਜੇ 85% ਲੋਕ ਜਾਗਰੂਕ ਹੋ ਜਾਣ, ਤੁਹਾਨੂੰ ਐਂ ਲੱਗਦਾ ਕਿ ਉਹ ਜਾਗਰੂਕ ਹੋ ਕੇ ਸਹੀ ਲੋਕਾਂ ਨੂੰ ਵੋਟ ਪਾਉਣ, ਜਾਂ ਇਉਂ ਲੱਗਦਾ ਤੁਹਾਨੂੰ ਕਿ ਜਦੋਂ ਤੁਹਾਡੇ ਵਰਗੇ ਸਿਆਣੇ ਬੰਦੇ ਇੱਥੇ ਸੱਤਾ ਦੇ ਕਾਬਜ਼ ਹੋ ਗਏ ਤਾਂ ਫੇਰ ਠੀਕ ਹੋ ਜਾਊਗਾ, ਇਉਂ ਲੱਗਦਾ ਤੁਹਾਨੂੰ? ਸੋ ਸਿੱਖਾਂ ਨੂੰ ਮਜਬੂਰ ਹੋ ਕੇ ਉਧਰਲੇ ਬੰਨੇ ਨੂੰ ਤੁਰਨਾ ਪਿਆ, ਜਿੱਧਰਲੇ ਬੰਨੇ ਨੂੰ ਤੁਰਿਆਂ ਨੂੰ ਉਹਨਾਂ ਨੂੰ ਕਹਿਣਾ ਪਿਆ ਵੀ ਇਹ ਅੱਤਵਾਦੀ ਆ। ਹੁਣ ਸਿੱਖ ਚਾਹੁੰਦੇ ਆ ਕਿ ਨਹੀਂ ਬਈ ਅਸੀਂ ਤੁਹਾਡਾ ਧੱਕਾ 75 ਵਰੇ ਚੱਲ ਲਿਆ, ਅਸੀਂ ਨਹੀਂ ਤੁਹਾਡਾ ਧੱਕਾ ਹੋਰ ਚੱਲ ਸਕਦੇ। ਉਹਨਾਂ ਸਿੱਖਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਆਜ਼ਾਦੀ ਦੇ ਰਾਹ ਪਏ ਹੋਏ ਆ? ਅੱਜ ਇੱਥੇ ਵੀ ਜਿਨ੍ਹਾਂ ਨੇ ਤੁਹਾਨੂੰ ਸਨਮਾਨਿਤ ਕੀਤਾ ਦਲ ਖਾਲਸਾ ਵਾਲਿਆਂ ਨੇ, ਉਹ ਤਾਂ ਇਲੈਕਸ਼ਨ ਵੀ ਨਹੀਂ, ਉਹ ਕਹਿੰਦੇ ਸਾਡਾ ਇਲੈਕਸ਼ਨ ਦੇ ਵਿੱਚ ਅਸੀਂ ਬਿਲੀਵ ਨਹੀਂ ਕਰਦੇ ਹੈਗੇ, ਨਾ ਇਲੈਕਸ਼ਨ ਨਾ ਵੋਟਾਂ ਦੇ ਸਿਸਟਮ ਦੇ ਵਿੱਚ ਪੈਂਦੇ ਹੀ ਹੈਗੇ ਆ। ਉਹ ਕਹਿੰਦੇ ਸਾਨੂੰ ਆਜ਼ਾਦੀ ਚਾਹੀਦੀ ਆ। ਤੁਹਾਨੂੰ ਲੱਗਦਾ ਕਿ ਠੀਕ ਆ ਉਹ ਆਪਣੇ ਰਾਹ ਤੇ ਠੀਕ ਨੇ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਉਹਨਾਂ ਨੂੰ ਮੁੜੇ ਆਉਣਾ ਚਾਹੀਦਾ ਪਿੱਛੇ ਨੂੰ? ਆਪਾਂ ਜਿਹਨਾਂ ਦੇ ਘਰੇ ਬੈਠੇ ਹੈਗੇ ਆ, ਅੱਜ ਇਸ ਪਾਰਟੀ ਨੇ ਆਪਾਂ ਨੂੰ ਸਨਮਾਨਿਤ ਇੱਥੇ ਕੀਤਾ ਹੈਗਾ, ਉਹ ਖਾਲਿਸਤਾਨ ਦੇ ਰਾਹ ਪਈ ਹੋਈ ਹੈ, ਸਿੱਧੀ ਗੱਲ ਹੈ। ਉਹ ਕਹਿੰਦੇ ਸਾਡਾ ਖਾਲਿਸਤਾਨ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ। ਸਪੋਰਟ ਕਰਦੇ ਹੋ ਖਾਲਿਸਤਾਨ ਦੀ, ਭਾਵੇਂ ਤੁਸੀਂ ਉੱਧਰ ਜਿੱਧਰ ਮਰਜ਼ੀ ਵਿਚਰੋ, ਸਪੋਰਟ ਕਰਦੇ ਹੋ ਉਹਨਾਂ ਦੀ। ਮੈਂ ਉਹੀ ਗੱਲ ਕਰ ਰਿਹਾ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਜਿਹੜਾ ਸਮੇਂ ਸੀਗਾ, ਅਸੀਂ ਚਾਹੁੰਦੇ ਕਿ ਉਸ ਤਰ੍ਹਾਂ ਦਾ ਹੀ ਸਮੇਂ ਆਉਣਾ ਚਾਹੀਦਾ। ਖਾਲਿਸਤਾਨ ਉਹੀ ਖਾਲਿਸਤਾਨ ਹੈ ਜਿੱਥੇ ਵੋਟਾਂ ਦੇ ਵਿੱਚੋਂ ਨਿਕਲੇਗਾ। ਤੁਹਾਨੂੰ ਲੱਗਦਾ ਵੋਟਿੰਗ ਸਿਸਟਮ ਦੇ ਵਿੱਚੋਂ ਨਿਕਲ ਸਕਦਾ ਹੋ? ਜਾਂ ਰਾਜ ਕੀ ਦਿੱਤਾ ਤੁਹਾਨੂੰ ਵੋਟਿੰਗ ਸਿਸਟਮ ਨੇ 75 ਵਰਿਆਂ ਦੇ ਵਿੱਚ? ਨਹੀਂ, 75 ਵਰਿਆਂ ਦੇ ਵਿੱਚ ਸਾਨੂੰ ਵੋਟਿੰਗ ਸਿਸਟਮ ਨੇ ਕੁਝ ਨਹੀਂ ਦਿੱਤਾ। ਉਹਦਾ ਕਾਰਨ ਸਿਰਫ ਫਿਰ ਵੀ ਹਾਲੇ ਹੋਰ ਅਸੀਂ ਅਜਮਾਉਣਾ ਚਾਹੁੰਦੇ ਹਾਂ। ਆਫਰਿੰਗ ਹੈਗੀ ਆ, ਤੁਸੀਂ ਕਿਹਨੂੰ ਕਰਨੀ ਚਾਹੁੰਦੇ ਆ? ਆਪਾਂ ਤਾਂ ਫਿਰ ਦੁਬਾਰਾ ਗੁਰੂ ਨੂੰ ਹੀ ਸਮਰਪਿਤ ਕਰਾਂਗੇ ਨਾ ਵੀ ਮੇਰਾ ਸਿਰ ਗੁਰੂ ਦੇ ਦਰ ਤੇ ਹਾਜ਼ਰ ਹੋ, ਹੈ ਨਾ। ਹੁਣ 2 ਵਿਚਾਰਧਾਰਾਵਾਂ ਆ, ਇੱਕ ਹੈਗੀ ਆ ਇਲੈਕਸ਼ਨ ਸਿਸਟਮ ਵਾਲੀ, ਜਿਹੜਾ ਭਾਰਤ ਦਾ ਸੰਵਿਧਾਨ ਤੁਸੀਂ ਇਲੈਕਸ਼ਨ ਲੜ ਸਕਦੇ ਹੋ। ਹੁਣ ਇਲੈਕਸ਼ਨ ਤੁਸੀਂ 75 ਵਰੇ ਕਰਕੇ ਦੇਖ ਲੈਣਾ ਜੀ ਸਾਰਾ ਕੁਝ ਕੀ ਹੱਥ ਪੱਲੇ ਪੈਂਦਾ ਹੈਗਾ। 75% ਆਬਾਦੀ ਤੁਹਾਡੀ ਹੋਣ ਦੇ ਬਾਵਜੂਦ ਵੀ, 85% ਆਬਾਦੀ ਤੁਹਾਡੀ ਹੋਣ ਦੇ ਬਾਵਜੂਦ ਵੀ 75 ਵਰਿਆਂ ਬਾਅਦ ਵੀ ਹਾਲਾਤ ਵੱਧ ਨਾਲੋਂ ਬੱਤਰ ਜਾਂ ਵੱਧ ਦੇ ਵੱਧ ਹੀ ਰਹਿ ਗਏ, ਹੈ ਨਾ ਜੀ। ਇੱਕ ਹੈਗਾ ਸਿਲੈਕਸ਼ਨ ਸਿਸਟਮ, ਜਿੱਥੇ ਤੁਸੀਂ ਸੀਸ ਭੇਟ ਕਰਦੇ ਹੋ ਗੁਰੂ ਨੂੰ। ਇੱਕ ਉਹ ਖਾਲਸਾ ਰਾਜ ਸਥਾਪਿਤ ਹੁੰਦਾ ਹੈਗਾ। 2 ਅਲੱਗ-ਅਲੱਗ ਵਿਚਾਰਧਾਰਾਵਾਂ ਹੋ ਗਈਆਂ, ਮੈਨੂੰ ਐਂ ਲੱਗਦਾ। ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ। ਪੰਜਾਬ ਇਸ ਵੇਲੇ ਭਾਰਤ ਦਾ ਹਿੱਸਾ ਹੈ।
ਆਪਾਂ ਸਾਰੇ ਜਣੇ ਜਾਣਦੇ ਹਾਂ ਕਿ ਪੰਜਾਬ ਦੀ ਇਸ ਧਰਤੀ ਦੇ ਉੱਪਰ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਭਾਗ ਹੋਇਆ ਕਰਦਾ ਸੀਗਾ। ਗੁਰਬਾਣੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਇਹ ਉਹ ਧਰਤੀ ਹੈਗੀ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਸੋ ਜਿੱਥੇ ਕਦੀ ਖਾਲਸੇ ਦਾ ਰਾਜ ਹੁੰਦਾ ਸੀਗਾ, ਅੱਜ ਹਾਲਾਤ ਬਦਲ ਚੁੱਕੇ ਨੇ, ਸਮਾਂ ਬਦਲ ਚੁੱਕਾ ਹੈਗਾ। ਅੱਜ ਇੱਥੇ ਭਾਰਤ ਦੀ ਸਰਕਾਰ ਕਾਬਜ਼ ਆ। ਪਿੱਛੇ ਚਲ ਜੀ ਆਪਾਂ ਜਦੋਂ ਅੰਗਰੇਜ਼ ਇੱਥੇ ਕਾਬਜ਼ ਸੀਗੇ, ਉਹਨਾਂ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਭਾਗ ਸੀਗਾ। ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਗਿਆ, ਸੰਘਰਸ਼ ਹੋਇਆ, ਬਹੁਤ ਕੁਝ ਵਾਪਰਿਆ। 1947 ਨੂੰ ਉਹ ਕਹਿੰਦੇ ਕਿ ਮੁਲਕ ਆਜ਼ਾਦ ਹੋ ਗਿਆ। ਉਹ ਲੋਕ ਆਜ਼ਾਦੀ ਦੇ ਜਸ਼ਨ ਮਨਾਉਂਦੇ ਨੇ। ਦੂਏ ਬੰਨੇ ਪੰਜਾਬ ਦੇ ਵਿੱਚ ਹੀ ਨਹੀਂ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਨੇ, ਉਹ ਇਹ ਮਹਿਸੂਸ ਕਰਦੇ ਆ ਕਿ 1947 ਤੋਂ ਲੈ ਕੇ ਅੱਜ ਤੱਕ 1978 ਤੱਕ ਪੰਜਾਬੀ ਸੂਬਾ ਉਦੋਂ ਪਿੱਛੇ ਚੱਲ ਜਾਈਏ। 1984 ਤੋਂ ਬਾਅਦ ਵਾਲੇ ਜਿਹੜੇ ਹਾਲਾਤ ਹੈਗੇ ਆ ਵੀ ਅਸੀਂ ਤਾਂ ਇੱਥੇ ਗੁਲਾਮਾਂ ਵਰਗਾ ਜੀਵਨ ਬਸਰ ਕਰ ਰਹੇ ਹਾਂ। ਵੀ ਆਜ਼ਾਦੀ ਉਹਨਾਂ ਨੂੰ ਮਿਲ ਗਈ ਪਰ ਅਸੀਂ ਅੱਜ ਵੀ ਗੁਲਾਮ ਹੈਗੇ ਆ। ਇਹ ਸਿੱਖਾਂ ਦੀ ਸਥਿਤੀ ਹੈਗੀ ਆ। ਸੋ ਇਹ ਸਾਰੇ ਕਥ ਨੂੰ ਦੇਖਦਿਆਂ ਹੋਇਆ ਸਿੱਖ ਕੌਮ ਤੇ ਪਈ ਹੋਈ ਹੈ ਮੁੜ ਆਜ਼ਾਦੀ ਵਾਲੇ ਰਾਹ। ਭਾਵ ਕਿ ਜਿਹੜਾ ਰਾਜ ਕਦੀ ਖਾਲਸੇ ਦਾ ਇੱਥੇ ਹੁੰਦਾ ਸੀਗਾ, ਸਿੱਖ ਚਾਹੁੰਦੇ ਆ ਕਿ ਅਸੀਂ ਉਹਦੀ ਮੁੜ ਬਹਾਲੀ ਹੋ ਜਾਵੇ। ਸਿੱਖ ਕੌਮ ਉਹਦੀ ਮੁੜ ਬਹਾਲੀ ਵਾਸਤੇ ਅੱਜ ਜੱਦੋ ਜਹਿਦ ਕਰ ਰਹੀ ਹੈ। ਹੁਣ ਆਪਾਂ ਪੰਜਾਬ ਤੋਂ ਬਾਹਰਲੀਆਂ ਹੋਰ ਸਟੇਟਾਂ ਦੀ ਗੱਲ ਕਰ ਲੈਂਦੇ ਹਾਂ, ਜਿਹੜੇ ਹੋਰ ਸੂਬੇ ਹੈਗੇ ਆ, ਜਿਹੜੇ ਉੱਥੋਂ ਦੇ ਲੋਕ ਨੇ ਉਹ ਵੀ ਇਹ ਗੱਲ ਮਹਿਸੂਸ ਕਰਦੇ ਆ ਕਿ ਭਾਰਤ ਦੀ ਸੱਤਾ ਦੇ ਉੱਪਰ ਕੁਝ ਪਰਸੈਂਟ ਲੋਕ, 15% ਲੋਕ ਜਾਂ 2.5% ਲੋਕ ਜਿਹੜੇ ਆਪਣੇ ਆਪ ਨੂੰ ਉੱਚ ਜਾਤੀ ਅਖਵਾਉਂਦੇ ਆ, ਉਹ ਲੋਕ ਸਮਝਦੇ ਆ ਕਿ ਅਸੀਂ 85% ਹੈਗੇ ਆ, ਸਾਡੀ ਗਿਣਤੀ ਜ਼ਿਆਦਾ ਆ, ਜਿਨ੍ਹਾਂ ਨੂੰ ਉਹ ਦਲਿਤ ਕਹਿੰਦੇ ਆ, ਦੱਬੇ ਕੁਚਲੇ ਲੋਕ। ਭਈ ਸਾਡੀ ਗਿਣਤੀ ਜ਼ਿਆਦਾ ਆ ਪਰ ਉਹ ਲੋਕ ਬੜੀ ਸਾਜ਼ਿਸ਼ ਦੇ ਤਹਿਤ ਸਾਨੂੰ ਅੱਡ-ਅੱਡ ਜਾਤਾਂ ਦੇ ਵਿੱਚ ਵੰਡ ਕੇ ਤੇ ਰਾਜ ਕਰ ਰਹੇ ਨੇ, ਸੱਤਾ ਹੰਢਾ ਰਹੇ ਨੇ ਮਨੂਵਾਦੀ, ਬ੍ਰਾਹਮਣਵਾਦੀ ਲੋਕ। ਭਾਰਤ ਦੇ ਨਿਜ਼ਾਮ ਤੋਂ ਅੱਕੇ ਹੋਏ, ਤੰਗ ਆਏ ਹੋਏ ਉਹ ਲੋਕ ਅੱਜ ਸਾਡੇ ਪੰਜਾਬ ਵਿੱਚ ਆਏ ਨੇ। ਉਹਨਾਂ ਲੋਕਾਂ ਦੇ ਵਿੱਚੋਂ ਕੁਝ ਲੋਕ ਹੈਗੇ ਨੇ, ਬਹੁਜਨ ਦਰਵਿੜ ਪਾਰਟੀ ਹੈਗੀ ਜੀ ਉਹਨਾਂ ਦੀ, ਬਹੁਜਨ ਦਰਵਿੜ ਪਾਰਟੀ। ਬੇਗਮਪੁਰਾ ਭਾਰਤ ਬ੍ਰਦਰਹੁੱਡ ਯਾਤਰਾ, ਬੇਗਮਪੁਰਾ ਭਾਰਤ ਭਾਈਚਾਰਾ ਯਾਤਰਾ ਲੈ ਕੇ ਉਹ ਅੱਜ ਪਹੁੰਚੇ ਨੇ। ਅੱਜ ਹੁਸ਼ਿਆਰਪੁਰ ਵਿੱਚ ਹੈਗੇ ਆ ਜੀ। ਅੱਜ ਆਪਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਬੈਠੇ ਆ ਸਾਰੇ ਸੱਜਣ ਹੈਗੇ ਨੇ, ਮੱਲਾ ਜੀ ਬੈਠੇ ਨੇ ਜਿਹੜੇ ਮੇਨ ਆਗੂ ਹੈਗੇ ਨੇ, ਨਾਲ ਹੋਰ ਸਾਥੀ ਉਹਨਾਂ ਦੇ ਹੈਗੇ ਨੇ। ਸਾਰੇ ਜਣੇ ਅੱਜ ਇੱਥੇ ਆਏ ਹੋਏ ਆ। ਆਪਾਂ ਉਹਨਾਂ ਦੇ ਕੋਲੋਂ ਜਾਣਾਂਗੇ ਕਿ ਆਖਰ ਉਹ ਇਸ ਨਿਜ਼ਾਮ ਤੋਂ ਕਿਉਂ ਅੱਕੇ ਹੋਏ ਨੇ ਔਰ ਉਹ ਆਜ਼ਾਦੀ ਦਾ ਨਿੱਘ ਕਿੱਦਾਂ ਮਾਣ ਸਕਦੇ ਆ, ਕਿਹੜੀਆਂ ਚੀਜ਼ਾਂ ਦੇ ਵਿੱਚੋਂ ਉਹ ਚਾਹੁੰਦੇ ਆ ਕਿ ਸਾਨੂੰ ਸਾਡਾ ਮਾਣ ਸਨਮਾਨ ਦੁਬਾਰਾ ਮਿਲ ਸਕਦਾ। ਕਿਉਂਕਿ ਆਏ ਦਿਨ ਘਟਨਾਵਾਂ ਵਾਪਰਦੀਆਂ। ਜੇ ਕੋਈ ਉਹਨਾਂ ਦੇ ਹਿਸਾਬ ਦੇ ਨਾਲ ਦਲਿਤ ਜੇ ਕੋਈ ਮੁੱਛ ਰੱਖ ਲੈਂਦਾ ਤਾਂ ਕੁੱਟਿਆ ਜਾਂਦਾ ਹੈਗਾ, ਜੇ ਕੋਈ ਘੋੜੀ ਤੇ ਚੜ੍ਹ ਜਾਂਦਾ ਮਾਰਿਆ ਜਾਂਦਾ। ਇੱਥੋਂ ਤੱਕ ਕਿ ਬਹੁਤ ਸਾਰੀਆਂ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਵੀ ਜੇ ਕਿਸੇ ਨੇ ਚੰਗੇ ਸੋਹਣੇ ਕੱਪੜੇ ਪਾ ਲਏ ਤਾਂ ਉਹਨਾਂ ਦੇ ਕੋਲੋਂ ਉਹ ਵੀ ਜਰਿਆ ਨਹੀਂ ਜਾਂਦਾ ਹੈਗਾ। ਉਹਨਾਂ ਦੇ ਮਾਣ ਨੂੰ ਸੱਟ ਪਹੁੰਚਦੀ ਹੈ। ਉਹਨਾਂ ਨੂੰ ਲੱਗਦਾ ਕਿ ਸਾਨੂੰ ਸੱਟ ਵੱਜਦੀ ਹੈ ਇਹਦੇ ਨਾਲ, ਵੀ ਸਾਨੂੰ ਹੱਕ ਵਾ ਇਸ ਗੱਲ ਦਾ ਕਿ ਅਸੀਂ ਉੱਚੇ ਹੈਗੇ ਆ, ਵਧੀਆ ਰਹਿਣ ਸਹਿਣ ਤਾਂ ਸਾਡਾ ਹੋ ਸਕਦਾ। ਇਹਨਾਂ ਦਾ ਇਹ ਤਾਂ ਕੀੜੇ ਮਕੌੜੇ ਆ, ਤਾਂ ਸਾਡੀ ਸੇਵਾ ਵਾਸਤੇ ਹਾਜ਼ਰ ਰਹਿਣੇ ਚਾਹੀਦੇ ਆ। ਪਰ ਜਿਹੜੀ ਗੁਰਮਤਿ ਦੀ ਵਿਚਾਰਧਾਰਾ ਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਜਾਂ ਯਾਦ ਕਰੇ ਹਮਰੀ ਗੁਰਿਆਈ। ਪਾਤਸ਼ਾਹ ਜੀ ਨੇ ਆਖਿਆ ਸੀਗਾ ਕਿ ਜਿਨ ਕੀ ਜਾਤ ਔਰ ਕੁੱਲ ਮਾਹੀ ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਊ। ਸੋ ਗੁਰੂ ਸਾਹਿਬ ਜੀ ਨੇ ਸਾਰਾ ਕੁਝ ਕਰਕੇ ਵਿਖਾਇਆ। ਅੱਜ ਵੀ ਉਹਦੇ ਬਾਵਜੂਦ ਆ ਲੋਕ ਸਾਰੇ ਕਿਉਂ ਅੱਕੇ ਹੋਏ ਨੇ, ਆਪਾਂ ਕਰਦੇ ਹਾਂ ਥੋੜ੍ਹੀਆਂ ਗੱਲਾਂ ਬਾਤਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਪੀਚ ਹੋਈ, ਮੈਂ ਕਾਫੀ ਕੁਝ ਜਾਣਿਆ ਤੁਹਾਡੀ ਵਿਚਾਰਧਾਰਾ ਬਾਰੇ, ਤੁਸੀਂ ਕਿੱਦਾਂ ਅੱਕੇ ਹੋਏ ਹੋ ਇਸ ਸਿਸਟਮ ਤੋਂ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਕਿ ਇਹ ਇੱਕ ਤਾਂ ਹੋ ਗਈ ਬਿਮਾਰੀ ਹੈ ਨਾ ਜੀ, ਭਈ ਆ ਇੱਕ ਪ੍ਰੋਬਲਮ ਆ, ਭਈ ਸਾਨੂੰ ਉਹ ਆਪਣਾ ਹਿੱਸਾ ਨਹੀਂ ਮੰਨਦੇ, ਸਾਨੂੰ ਉਸ ਤਰੀਕੇ ਨਾਲ ਮਾਣ ਸਨਮਾਨ ਨਹੀਂ ਦਿੰਦੇ ਹੈਗੇ। ਇਹਦਾ ਹੱਲ ਤੁਸੀਂ ਕਿਸ ਚੀਜ਼ ਦੇ ਵਿੱਚੋਂ ਲੱਭਦੇ ਹੋ? ਕੀ ਤੁਸੀਂ ਭਾਰਤ ਦਾ ਜਿਹੜਾ ਸਿਸਟਮ ਹੈਗਾ, ਭਾਰਤ ਦਾ ਸੰਵਿਧਾਨ ਹੈਗਾ, ਤੁਹਾਨੂੰ ਲੱਗਦਾ ਕਿ ਉਹਦੇ ਵਿੱਚੋਂ ਤੁਹਾਡੀ ਆਜ਼ਾਦੀ, ਤੁਹਾਡੀ ਅਣਖ, ਤੁਹਾਡੀ ਮਾਣ ਮਰਿਆਦਾ, ਤੁਹਾਨੂੰ ਲੱਗਦਾ ਕਿ ਉਹਦੇ ਵਿੱਚੋਂ ਨਿਕਲ ਸਕਦਾ ਕੋਈ ਰਾਹ? ਹਾਂ, ਬਿਲਕੁਲ ਠੀਕ ਹੈ। ਇਸ ਵੇਲੇ ਮੈਂ ਸਾਰੇ ਸੰਸਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਮੁਲਕ ਹੈਗਾ ਇਸ ਵੇਲੇ ਬੜੇ ਜੰਗੋ ਜਹਿਦ ਦੇ ਵਿੱਚ ਹੈਗਾ। ਜੋ ਸਾਡਾ ਸਮਾਜ ਹੈਗਾ ਇਸ ਵੇਲੇ ਬੜਾ ਹੀ ਡਿਵਾਈਡ ਹੋ ਚੁੱਕਿਆ ਹੈਗਾ। ਔਰ ਜਿਹੜੇ ਪਿਛਲੇ ਮਨੂ ਸਮ੍ਰਿਤੀ ਦਾ ਟਾਈਮ ਸੀਗਾ, ਉਸ ਤੋਂ ਜਿਹੜੀ ਚੀਜ਼ਾਂ ਚੱਲੀਆਂ ਸੀਆਂ ਉਹੀ ਅੱਜ ਕੱਲ੍ਹ ਦੀ ਸਰਕਾਰ ਜਿਹੜੀ ਹੈ ਉਸ ਨੂੰ ਲੈ ਕੇ ਚੱਲ ਰਹੀ ਹੈਗੀ ਹੈ। ਔਰ ਅਸੀਂ ਇਸ ਚੀਜ਼ ਨੂੰ ਦੇਖ ਕੇ ਬੜੇ ਦੁਖੀ ਹੁੰਦੇ ਹਾਂ ਕਿ ਸਾਡਾ ਸਮਾਜ ਜਿਹੜਾ ਹੈਗਾ ਬੜਾ ਹੀ ਨੀਵੀਂ ਸਾਈਡ ਦੇ ਵਿੱਚ ਸੀਗਾ ਤਾਂ ਨੀਵੀਂ ਸਾਈਡ ਦੇ ਵਿੱਚ ਧਕੇਲਿਆ ਗਿਆ ਹੈ। ਜਦੋਂ ਕਿ
ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਹੈ। ਔਰ ਅਸੀਂ ਇਸ ਸਮਾਜ ਨੂੰ ਦੇਖਣ ਦੇ ਲਈ ਔਰ ਜੋ ਸਰਕਾਰ ਕਹਿੰਦੀ ਹੈ ਉਸ ਨੂੰ ਦੇਖਣ ਦੇ ਲਈ ਅਸੀਂ ਸ੍ਰੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤੋਂ ਪਟਨਾ ਸਾਹਿਬ ਤੋਂ ਅਸੀਂ ਬੇਗਮਪੁਰਾ ਭਾਈਚਾਰਾ ਯਾਤਰਾ ਜੋ ਕਿ ਭਾਰਤ ਦੇ ਵਿੱਚ ਸਾਰੀ ਜਗ੍ਹਾ ਜਾਣੀ ਸੀ ਉਸ ਨੂੰ ਲੈ ਕੇ ਚੱਲੇ ਹਾਂ। ਸਾਡਾ ਜਿਹੜਾ ਮੇਨ ਮਕਸਦ ਸੀਗਾ ਇਹ ਸੀਗਾ ਕਿ ਜੋ ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਕੁਝ ਕੰਮ ਕੀਤੇ ਆ ਜੀ, ਕਿ ਉਹਦੇ ਵਿੱਚ ਸੱਚਾਈ ਕਿੰਨੀ ਹੈ, ਕੀ ਇਹ ਅਸਲ ਦੇ ਵਿੱਚ ਉਹੀ ਗੱਲ ਹੈ। ਔਰ ਇਸ ਕਰਕੇ ਅਸੀਂ ਸਾਰੇ ਹੀ ਆਪਣੇ ਜੀਵਨ ਕੁਮਾਰ ਮੱਲਾ ਜੀ ਹੈ ਸਾਡੇ ਪ੍ਰੈਜ਼ੀਡੈਂਟ ਹੈ ਜੋ ਕਿ ਐਡਵੋਕੇਟ ਹੈ ਸੁਪਰੀਮ ਕੋਰਟ ਜੀ ਦੇ, ਇਹਨਾਂ ਦੀ ਅਗਵਾਈ ਦੇ ਹੇਠ ਅਸੀਂ ਮਤਲਬ ਯਾਤਰਾ ਕੀਤੀ ਹੈ, ਸ਼ੁਰੂ ਕੀਤੀ ਹੈ, ਜੋ ਕਿ 20 ਜਨਵਰੀ 2023 ਨੂੰ ਸਟਾਰਟ ਹੋਈ ਸੀ। 55 ਦਿਨ ਦੀ ਯਾਤਰਾ ਸੀ ਔਰ ਅੱਜ ਇਹਦਾ 53ਵਾਂ ਦਿਨ ਹੈ, 53rd ਡੇ। ਔਰ ਇਹ ਯਾਤਰਾ ਪਟਨਾ ਸਾਹਿਬ ਤੋਂ ਬਹੁਤ ਗਿਆ ਹੁੰਦੇ ਹੋਏ ਮਤਲਬ ਅਖੀਰ ਥੱਲੇ ਜਿਹੜੀ ਹੈ ਆਪਾਂ ਰਾਂਚੀ ਵੀ ਗਏ ਹੈਗੇ ਆ, ਹਾਵੜਾ ਵੀ ਗਏ ਆ, ਕਰਨਾਟਕਾ, ਕੇਰਲਾ, ਕੰਨਿਆ ਕੁਮਾਰੀ ਅਸੀਂ ਬਿਲਕੁਲ ਜਿਹੜਾ ਕਿ ਥੱਲੇ ਦਾ ਹਿੱਸਾ ਅਸੀਂ ਉੱਥੇ ਗਏ ਹੈਗੇ ਆ। ਔਰ ਉਹਨਾਂ ਤੋਂ ਜਾਣ ਤੋਂ ਬਾਅਦ ਅਸੀਂ ਫਿਰ ਉੱਪਰਲੀ ਸਾਈਡ ਨੂੰ ਚੱਲੇ ਹਾਂ ਜਿਹੜੇ ਕਿ ਕਰਨਾਟਕਾ ਵੀ ਹੈਗਾ, ਮਹਾਰਾਸ਼ਟਰ ਵੀ ਹੈਗਾ, ਔਰ ਬੰਬੇ ਹੈਗਾ, ਮੱਧ ਪ੍ਰਦੇਸ਼ ਹੈਗਾ, ਗੁਜਰਾਤ ਹੈਗਾ, ਰਾਜਸਥਾਨ ਹੈਗਾ, ਔਰ ਦਿੱਲੀ ਤੋਂ ਹੁੰਦੇ ਹੋਏ ਹੁਣ ਅਸੀਂ ਅੱਜ ਪੰਜਾਬ ਦੇ ਵਿੱਚ ਐਂਟਰ ਕੀਤੇ ਹਾਂ। ਜੀ ਜੀ। ਪਰ ਪੰਜਾਬ 'ਚ ਆਉਣ ਤੋਂ ਪਹਿਲਾਂ ਅਸੀਂ ਜੰਮੂ ਗਏ ਹਾਂ। ਜੰਮੂ ਦੇ ਵਿੱਚ ਵੀ ਸਾਨੂੰ ਉੱਥੇ ਮਿਲੇ ਹੈ। ਸਾਡਾ ਮੇਨ ਮਕਸਦ ਇਹ ਸੀਗਾ ਕਿ ਸਾਡਾ ਸਮਾਜ ਜਿਹੜਾ ਦੱਸਿਆ ਜਾਂਦਾ ਕਿ ਉਹ ਉਸ ਪੋਜੀਸ਼ਨ ਦੇ ਵਿੱਚ ਹੈ ਜਾਂ ਨਹੀਂ ਹੈ, ਪਰ ਸਾਨੂੰ ਦੇਖਣ ਦੇ ਵਿੱਚ ਜੋ ਮਿਲਿਆ ਜੋ ਸਮਾਜ ਜਿਹੜਾ ਪਾਰਟੀਸ਼ਨ ਤੋਂ ਪਹਿਲਾਂ ਸੀਗਾ, ਜੋ ਸਮਾਜ ਜਿਹੜਾ ਜੱਦੋ ਜਹਿਦ ਦੇ ਵਿੱਚ ਸੀ, ਜਿਨ੍ਹਾਂ ਨੂੰ ਨਿਤਾਰਿਆ ਗਿਆ ਸੀ, ਜਿਨ੍ਹਾਂ ਨੂੰ ਅੱਡ ਕੀਤਾ ਗਿਆ ਸੀ, ਉਹ ਉਸੇ ਤਰੀਕੇ ਦੀ ਜ਼ਿੰਦਗੀ ਜੀ ਰਿਹਾ ਹੈ ਜਿਹੜਾ ਕਿ ਸ਼ਹਿਰਾਂ ਦੇ ਵਿੱਚ ਹੈਗਾ। ਸ਼ਹਿਰਾਂ ਦੇ ਵਿੱਚ ਦੇਖਣ ਨੂੰ ਕੁਝ ਹੋਰ ਹੈ, ਅਖਬਾਰਾਂ ਦੇ ਵਿੱਚ ਦੇਖਣ ਨੂੰ ਕੁਝ ਹੋਰ ਹੈ, ਪਰ ਜਦੋਂ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਉੱਥੇ ਜਾ ਕੇ ਜ਼ਮੀਨੀ ਹਕੀਕਤ ਜਿਹੜੀ ਹੈ ਅਸੀਂ ਉਹਨੂੰ ਦੇਖਣਾ ਚਾਹੁੰਦੇ ਸੀ ਕਿ ਅਸੀਂ ਜ਼ਮੀਨੀ ਹਕੀਕਤ ਨੂੰ ਦੇਖੀਏ। ਉਹ ਦੇਖਣ ਤੋਂ ਬਾਅਦ ਸਾਨੂੰ ਪਤਾ ਲੱਗੇ ਕਿ ਸਾਡਾ ਸਮਾਜ ਜਿਹੜਾ ਹੈਗਾ ਐਕਚੁਅਲ ਦੇ ਵਿੱਚ ਕਿਸ ਪੋਜੀਸ਼ਨ ਦੇ ਵਿੱਚ ਹੈ। ਪਰ ਜਦੋਂ ਅਸੀਂ ਉੱਥੇ ਗਏ, ਸਮਾਜ ਨੂੰ ਅਸੀਂ ਮਿਲੇ ਹਾਂ, ਤਾਂ ਸਮਾਜ ਜਿਹੜੀ ਹੈ ਉਹਨੇ ਹਾਲਾਤ ਜਿਹੜੀ ਹੈਗੇ ਕੋਈ ਅੱਛੇ ਹਾਲਾਤ ਨਹੀਂ ਸੀ, ਉਹ ਉਸੇ ਹਾਲਾਤ ਦੇ ਵਿੱਚ ਸੀਗਾ। ਸਾਨੂੰ ਦੇਖਣ ਦੇ ਵਿੱਚ ਇਹ ਵੀ ਮਿਲਿਆ ਹੈ ਕਿ ਵੀ ਉੱਥੇ ਸਾਡੇ ਬੰਦਿਆਂ ਨੂੰ ਉੱਥੇ ਅੱਛੀ ਤਰੀਕੇ ਨਾਲ ਭੋਜਨ ਨਹੀਂ ਮਿਲਦਾ, ਅੰਨ ਨਹੀਂ ਮਿਲਦਾ ਹੈਗਾ। ਅਸੀਂ ਮਤਲਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜਿਹੜੀ ਕਹਿਣਾ ਹੈਗਾ ਕਿ ਐਸਾ ਚਾਹੂੰ ਰਾਜ ਮੈਂ ਜहाँ मिले सभी को अन्न, छोट बड़े सब सम वसे रविदास रहे प्रसन्न। मतलब कि सरकार की कहती है और सतगुरु महाराज ने ਅੱਜ ਤੋਂ 600 ਸਾਲ ਪਹਿਲਾਂ ਕਿਹਾ ਸੀ, ਉਹਨਾਂ ਨੇ ਜਦੋਂ ਜਹਿਦ ਕੀਤੀ ਸੀਗੀ ਕਿ ਸਾਡਾ ਸਮਾਜ ਜਿਹੜਾ ਹੈਗਾ ਉਹਦੇ ਲਈ ਤੁਹਾਨੂੰ ਅੱਗੇ ਆਉਣਾ ਪਏਗਾ। ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਕਿਹਾ ਹੈਗਾ ਕਿ ਜੇ ਤੁਸੀਂ ਰਾਜ ਲੈਣਾ ਤਾਂ ਰਾਜ ਤੁਹਾਨੂੰ ਉੱਦਾਂ ਨਹੀਂ ਮਿਲਣਾ ਹੈਗਾ, ਔਰ ਰਾਜ ਦੇ ਲੈਣ ਦੇ ਲਈ ਤੁਹਾਨੂੰ ਐਕਚੁਅਲੀ ਜਿਹੜਾ ਹੈਗਾ ਤੁਹਾਨੂੰ ਬਾਹਰ ਨਿਕਲਣਾ ਪਏਗਾ। ਬਾਹਰ ਨਿਕਲ ਕੇ ਤੁਸੀਂ ਉਹਨੂੰ ਜੇ ਕਹੋ ਕਿ ਤੁਹਾਨੂੰ ਵੈਸੇ ਹੀ ਤੁਹਾਨੂੰ ਕੋਈ ਰਾਜ ਦੇ ਦੇ, ਕੋਈ ਪਰੋਸਣ ਵਾਲਾ ਨਹੀਂ ਹੈ, ਤਾਂ ਰਾਜ ਤੁਹਾਨੂੰ ਖੋਣਾ ਪਏਗਾ, ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਏਗੀ। ਔਰ ਇਸ ਕਰਕੇ ਸਾਡੀ ਸਾਰੀ ਟੀਮ ਜੋ ਕਿ ਪੂਰੇ ਸਟੇਟਾਂ ਦੇ ਵਿੱਚੋਂ ਰਿਪਰੈਜ਼ੈਂਟ ਕਰ ਰਹੀ ਹੈ, ਉੱਥੇ ਦੇ ਪ੍ਰੈਜ਼ੀਡੈਂਟ ਹੈਗੇ ਆ, ਸਭ ਕੁਛ ਹੈ ਜਿਹੜੇ ਕਿ ਇਸੇ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੈਗੇ ਆ। ਔਰ ਉਹਨਾਂ ਨੇ ਸਾਨੂੰ ਦਿਖਾਇਆ ਵੀ ਹੈ ਔਰ ਅਸੀਂ ਉੱਥੇ ਗਏ ਵੀ ਔਰ ਸਾਨੂੰ ਦੇਖਣ 'ਚ ਮਿਲਿਆ ਵੀ ਹੈ। ਉਹੀ ਪੋਜੀਸ਼ਨ ਸਾਨੂੰ ਕੰਨਿਆ ਕੁਮਾਰੀ ਦੇ ਵਿੱਚ ਵੀ ਦੇਖਣ ਨੂੰ ਮਿਲੀ, ਜੋ ਕਿ ਬੜਾ ਹੀ ਦੇਖ ਕੇ ਮਤਲਬ ਦੁੱਖ ਵੀ ਬਹੁਤ ਹੋਇਆ। ਮੈਂ ਉਹਦੇ ਉੱਤੇ ਲਾਈਵ ਵੀ ਕਮੈਂਟ ਵੀ ਕੀਤੇ ਹੈਗੇ ਆ ਕਿ ਜੋ ਪੋਜੀਸ਼ਨ ਅੱਜ ਤੋਂ ਪਹਿਲਾਂ ਸੀ ਉਹੀ ਪੋਜੀਸ਼ਨ ਉੱਥੇ ਹੈ, ਕੋਈ ਉਹਦੇ ਵਿੱਚ ਕੋਈ ਚੇਂਜ ਸਾਨੂੰ ਨਜ਼ਰ ਨਹੀਂ ਆਈ ਹੈਗੀ ਹੈ। ਤਾਂ ਅਸੀਂ ਇਸ ਕਰਕੇ ਵਿਚਰ ਰਹੇ ਹੈਗੇ ਹਾਂ ਕਿ ਸਾਨੂੰ ਪਤਾ ਲੱਗੇ ਕਿ ਸਾਡਾ ਸਮਾਜ ਕਿੰਨਾ ਉੱਠਿਆ ਕਿੰਨਾ ਨਹੀਂ ਉੱਠਿਆ। ਇਹ ਤਾਂ ਮੈਂ ਜਿਹੜੀ ਪਹਿਲਾਂ ਗੱਲ ਕਰਕੇ ਇਹ ਤਾਂ ਪ੍ਰੋਬਲਮ ਹੋ ਗਈ ਨਾ ਜੀ। ਪ੍ਰੋਬਲਮ ਦਾ ਸੋਲਿਊਸ਼ਨ ਤੁਸੀਂ ਕਿਸ ਚੀਜ਼ ਦੇ ਵਿੱਚੋਂ ਭਾਲਦੇ ਹੋ? ਤੁਹਾਨੂੰ ਲੱਗਦਾ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈਗਾ, ਭਾਰਤ ਦੇ ਸੰਵਿਧਾਨ ਦੇ ਵਿੱਚ ਇਹਨਾਂ ਸਮੱਸਿਆਵਾਂ ਦਾ ਹੱਲ ਪਿਆ ਹੋਇਆ? ਭਾਰਤ ਦੇ ਸੰਵਿਧਾਨ ਦੇ ਵਿੱਚ ਸਮੱਸਿਆ ਦਾ ਹੱਲ ਹੈਗਾ, ਪਰ ਉਹ ਜਿਹੜਾ ਇਹਦਾ ਨਾਂ ਲੈਂਦੇ ਹੈਗੇ, ਪਰ ਸੰਵਿਧਾਨ ਦੇ ਜਿਹੜੇ ਐਕਚੁਅਲ ਫੈਕਟਸ ਹੈਗੇ ਆ, ਜਿਹੜੇ ਐਕਚੁਅਲ ਆਰਟੀਕਲਸ ਹੈ, ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਦੇ ਹੈਗੇ ਆ। ਉਹਨਾਂ ਨੂੰ ਇੱਕ ਪਾਸੇ ਇਹਨਾਂ ਨੇ ਕਰ ਦਿੱਤਾ ਹੋਇਆ, ਸਿਰਫ ਨਾਂ ਲੈ ਕੇ। ਮਤਲਬ ਇਹ ਸਾਡੇ ਸਮਾਜ ਨੂੰ ਡਿਵਾਈਡ ਕਰਨ ਲੱਗੇ ਹੋਏ ਹੈ ਕਿ ਅਸੀਂ ਡਾਕਟਰ ਅੰਬੇਡਕਰ ਨੂੰ ਨਾਲ ਲੈ ਕੇ ਚੱਲ ਰਹੇ ਹਾਂ, ਅਸੀਂ ਸਤਿਗੁਰੂ ਮਹਾਰਾਜ ਜੀ ਨੂੰ ਨਾਲ ਲੈ ਕੇ ਚੱਲ ਰਹੇ ਹਾਂ, ਅਸੀਂ ਗੁਰੂ ਨਾਨਕ ਨੂੰ ਨਾਲ ਲੈ ਕੇ ਚੱਲ ਰਹੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਨਾਲ ਲੈ ਕੇ ਚੱਲ ਰਹੇ ਹਾਂ, ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ। ਪਰ ਜਦੋਂ ਐਕਚੁਅਲ ਦੇਖੇ ਜਾਵੇ ਤਾਂ ਇਹ ਆਰਟੀਕਲ ਜਿਹੜੇ ਹੈਗੇ ਆ ਉਹ ਅਲੱਗ ਕਹਿੰਦੇ ਆ। ਉਹ ਤਾਂ ਇਸ ਸੰਵਿਧਾਨ ਨੂੰ ਜਿਹੜੇ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਹੈ ਉਸ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈ, ਪਰ ਉੱਪਰੋਂ ਦੱਸਦੇ ਹੈਗੇ ਕਿ ਅਸੀਂ ਸਭ ਕੁਝ ਉਹੀ ਕਰ ਰਹੇ ਹਾਂ, ਪਰ ਜੇ ਅੰਦਰੂਨੀ ਦੇਖਿਆ ਜਾਵੇ ਤਾਂ ਉਹ ਸਾਰੇ ਇਹਨਾਂ ਤੋਂ ਖਿਲਾਫਤ ਹੈ, ਕੋਈ ਨਹੀਂ। ਤੇ ਜਿਹੜੇ ਰਾਜ ਦੀ ਗੱਲ ਕਰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਸਰਕਾਰਾਂ, ਵੱਖ-ਵੱਖ ਸਿਆਸੀ ਪਾਰਟੀਆਂ ਸਰਕਾਰਾਂ ਜਦੋਂ ਸੱਤਾ ਦੇ ਉੱਪਰ ਕਾਬਜ਼ ਹੋ ਜਾਂਦੀਆਂ ਨੇ
ਤੁਹਾਨੂੰ ਇਹ ਲੱਗਦਾ ਕਿ ਉਹ ਲੋਕ ਆਪਣੇ ਤਰੀਕੇ ਨਾਲ ਚਲਾਉਂਦੇ ਆ ਸਿਸਟਮ ਨੂੰ, ਜਾਂ ਤੁਹਾਨੂੰ ਲੱਗਦਾ ਕਿ ਸੰਵਿਧਾਨ ਠੀਕ ਆ ਜਿਹੜੇ ਤੁਸੀਂ ਰਾਜ ਦੀ ਗੱਲ ਕਰਦੇ ਹੋ, ਜਾਂ ਤੁਹਾਨੂੰ ਇਹ ਲੱਗਦਾ ਕਿ ਅਸੀਂ ਜਦੋਂ ਤੁਹਾਡੇ ਵਰਗੇ ਲੋਕ ਕਾਬਜ਼ ਹੋ ਜਾਣਗੇ ਸੱਤਾ ਦੇ ਉੱਪਰ ਇਸ ਸੰਵਿਧਾਨ ਦੇ ਤਹਿਤ ਫਿਰ ਤੁਸੀਂ ਆਜ਼ਾਦੀ ਦਾ ਨਿੱਘ ਮਤਲਬ ਤੁਸੀਂ ਆਪਣੀ ਆਜ਼ਾਦੀ ਦਾ ਰਾਹ ਜਿਹੜਾ ਹੈਗਾ ਕਾਹਦੇ 'ਚੋਂ ਲੱਭਦੇ ਹੋ? ਸਾਡੀ ਆਜ਼ਾਦੀ ਦਾ ਰਾਹ ਹੈ ਜਿਸ ਤਰ੍ਹਾਂ ਕਿ ਅੱਜ ਤੋਂ ਅਸੀਂ ਹੁਣੇ ਅੱਜ ਦਾ ਜਿਹੜਾ ਸਾਡਾ ਮੁਕਾਮ ਹੈਗਾ ਇੱਥੇ ਪਿਪਲਵਾੜੀ ਤੋਂ ਅਸੀਂ ਮੁੱਗੋਵਾਲ ਜਾਣਾ ਹੈਗਾ, ਬਾਬੂ ਮੰਗੂ ਰਾਮ ਜੀ ਦਾ ਜਿਹੜਾ ਪਿੰਡ ਹੈਗਾ, ਉਹਨਾਂ ਨੇ ਆਜ਼ਾਦੀ ਦਾ ਰਾਹ ਇੱਕ ਕੱਢਿਆ ਸੀਗਾ। ਉਹਨਾਂ ਨੇ 1924 ਦੇ ਵਿੱਚ 1926 ਦੇ ਵਿੱਚ ਕਾਨਫਰੰਸ ਹੋਈ ਸੀ ਔਰ ਜਿਹੜੇ ਕਿ 5000 ਦੇ ਕਰੀਬ ਬੰਦਾ ਉੱਥੇ ਇਕੱਠਾ ਹੋਇਆ ਸੀਗਾ, ਉਹਨਾਂ ਨੂੰ ਲੈ ਕੇ ਉਹਨਾਂ ਚੱਲੇ ਸੀਗੇ ਔਰ ਉਹਨਾਂ ਨੇ ਉਹ ਸਾਰੇ ਚੀਜ਼ਾਂ ਕਹੀਆਂ ਜਿਹੜੇ ਕਿ ਸਾਡੇ ਸਮਾਜ ਨੂੰ ਉੱਪਰ ਉਠਾ ਸਕਦੀਆਂ। ਕਿਹੜੀਆਂ ਚੀਜ਼ਾਂ ਮੇਨ? ਉਹਨਾਂ ਨੇ ਜਿੱਦਾਂ ਕਿ ਸਾਨੂੰ ਸਿੱਖਿਆ ਦਾ ਅਧਿਕਾਰ ਹੋਣਾ ਚਾਹੀਦਾ, ਸਾਨੂੰ ਜ਼ਮੀਨ ਦਾ ਅਧਿਕਾਰ ਹੋਣਾ ਚਾਹੀਦਾ, ਸਾਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ। ਇਹ ਤਾਂ ਅਧਿਕਾਰ ਤੁਹਾਨੂੰ ਦਿੰਦਾ ਹੈਗਾ, ਭਾਰਤ ਦਾ ਸੰਵਿਧਾਨ ਵੀ ਦਿੰਦਾ ਹੈਗਾ, ਉਹ ਵੀ ਦਿੰਦਾ ਹੈਗਾ। ਉਹ ਤੁਹਾਨੂੰ ਕਹਿੰਦੇ ਆ ਕਿ 5 ਸਾਲ ਬਾਅਦ ਵੋਟਾਂ ਆ ਗਈਆਂ, ਪਾਓ ਤੁਸੀਂ ਵੋਟਾਂ, ਪਰ ਵੋਟਾਂ ਤੁਸੀਂ ਪਾਉਣੇ ਹੈਗੇ ਹੋ, ਸਾਰਾ ਕੁਝ ਕਰਦੇ ਹੋ, ਪਰ ਤੁਹਾਨੂੰ ਆਜ਼ਾਦੀ ਤਾਂ ਫਿਰ ਵੀ ਨਹੀਂ। ਤੁਸੀਂ ਦੇਖੋ ਕਿੰਨੇ 75 76 77 ਵਰੇ ਹੋ ਗਿਆ, ਆਪਾਂ ਅੱਜ ਵੀ ਰੁਲਦੇ ਪਏ ਆ। ਵੋਟਾਂ ਪਾਉਣ ਦਾ ਇੱਕ ਤਰੀਕਾ ਜਿਹੜਾ ਉਹਨਾਂ ਨੇ ਕੱਢਿਆ ਹੈਗਾ ਕਿ ਉਹ ਹਰ ਤਰੀਕੇ ਨਾਲ ਪਹਿਲਾਂ ਤਾਂ 4 ਸਾਲ 4.5 ਸਾਲ ਜਿਹੜੇ ਆ ਹਰ ਤਰੀਕੇ ਨਾਲ ਸਾਡੇ ਬੰਦਿਆਂ ਨੂੰ ਸੁਪਰੈਸ ਕਰਨ ਦੀ ਕੋਸ਼ਿਸ਼ ਕਰਦੇ ਹੈਗੇ। ਉਹ ਜਿਹੜਾ ਸਾਡਾ ਤਬਕਾ ਹੈਗਾ ਜਿਹੜਾ ਅਸੀਂ ਜਾ ਕੇ ਦੇਖਿਆ ਹੈ, ਉਹ ਗਰੀਬ ਤਬਕਾ ਹੈਗਾ, ਉਹ ਅਨਪੜ੍ਹ ਤਬਕਾ ਹੈਗਾ, ਅਨਪੜ੍ਹ ਹੈਗੇ, ਉਹਨਾਂ ਦੇ ਕੋਲ ਸਿੱਖਿਆ ਦੀ ਕਮੀ ਹੈ। ਪਰ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਸ ਤੋਂ 1-2 ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ ਉਹਨਾਂ ਨੂੰ ਲਵਾਉਂਦੇ ਹੈਗੇ ਆ, ਲਵਾ ਕੇ ਉਹਨਾਂ ਦੇ ਮਨ ਨੂੰ ਡਾਇਵਰਟ ਕਰਦੇ ਆ, ਕਿਉਂਕਿ ਉਹ ਵੀ ਹੈਂਡ ਟੂ ਮਾਊਥ ਹੈਗੇ ਆ, ਉਹਨਾਂ ਦੇ ਯੂਜ਼ ਕਰਦੇ, ਮਿਸਯੂਜ਼ ਕਰਕੇ ਉਹਨਾਂ ਤੋਂ ਮਤਲਬ ਵੋਟ ਜਿਹੜਾ ਕਿ ਇਕੁਅਲ ਰਾਈਟ ਜਿਹੜਾ ਆਪਨੇ ਕਿਹਾ ਇਕੁਅਲ ਰਾਈਟ ਜਿਹੜਾ ਹੈਗਾ ਉਹ ਸਾਨੂੰ ਮਿਲਿਆ ਹੋਇਆ ਹੈ, ਪਰ ਇਕੁਅਲ ਰਾਈਟ ਦੀ ਜਿਹੜੀ ਵਰਤੋਂ ਹੈ ਉਹ ਬਿਲਕੁਲ ਠੀਕ ਨਹੀਂ ਹੋ ਰਹੀ ਹੈਗੀ ਹੈ। ਅੱਛਾ, ਇੱਕ ਜਦੋਂ ਹੁਣ ਤੁਸੀਂ ਪੰਜਾਬ ਦੇ ਵਿੱਚ ਆਏ ਹੋ ਤੇ ਤੁਸੀਂ ਮੈਂ ਉੱਥੇ ਦੇਖ ਰਿਹਾ ਸੀਗਾ, ਤੁਸੀਂ ਜਿਹੜਾ ਸਿੱਖ ਫਲਸਫਾ ਹੈਗਾ ਤੁਸੀਂ ਉਹਦੇ ਤੋਂ ਕਾਫੀ ਪ੍ਰਭਾਵਿਤ ਹੋ। ਤੁਸੀਂ ਗੱਲ ਕਰ ਰਹੇ ਸੀਗੇ, ਮੱਲਾ ਜੀ ਵੀ ਗੱਲ ਕਰ ਰਹੇ ਸੀਗੇ ਕਿ ਉੱਥੇ ਘੋੜੀ ਤੇ ਵੀ ਨਹੀਂ ਚੜ੍ਹਨ ਦਿੰਦੇ ਹੈਗੇ, ਇੱਥੇ ਤੁਹਾਨੂੰ ਪੰਜਾਬ ਦੇ ਸਿੱਖਾਂ ਨੇ ਘੋੜੇ ਤੇ ਵੀ ਚੜਾਇਆ ਹੈ ਨਾ। ਪੰਜਾਬ ਦੇ ਸਿੱਖਾਂ ਨੇ ਕਾਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੈ ਨਾ, ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਵਿਚਾਰਧਾਰਾ ਹੈਗੀ ਆ ਉਹਨੇ ਘੋੜੇ ਤੇ ਚੜਾਇਆ ਤੁਹਾਨੂੰ ਹੈ ਨਾ ਜੀ। ਅੱਛਾ, ਕਈ ਵਾਰ ਨਾ ਆਪਾਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਭਾਰਤ ਦਾ ਸੰਵਿਧਾਨ ਆ, ਡਾਕਟਰ ਅੰਬੇਦਕਰ ਜੀ ਹੈ ਨਾ, ਉਹਨਾਂ ਨੇ ਲਿਖਿਆ, ਉਹਨਾਂ ਨੇ ਸਿੱਖਾਂ ਨੂੰ 6 ਇੰਚ ਦੀ ਕਿਰਪਾਨ 3 ਫੁੱਟ ਦੀ ਕਿਰਪਾਨ ਕੈਰੀ ਕਰਨ ਦੀ ਆਗਿਆ ਦਿੱਤੀ ਹੈਗੀ ਆ, ਪਰ ਇੱਥੇ ਸਰਦਾਰ ਸਿਮਰਨ ਸਿੰਘ ਮਾਨ ਇਲੈਕਸ਼ਨ ਜਿੱਤਦੇ ਆ, ਪਾਰਲੀਮੈਂਟ 'ਚ ਜਾਂਦੇ ਆ, ਉਹਨਾਂ ਨੂੰ ਉਹ ਸ੍ਰੀ ਸਾਹਿਬ ਲੈ ਕੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਹੈਗਾ। ਭਾਰਤ ਦਾ ਸੰਵਿਧਾਨ ਤੁਹਾਨੂੰ ਆਗਿਆ ਦਿੰਦਾ, ਉਹ ਇੱਦਾਂ ਕਹਿੰਦੇ ਹੈਗੇ ਆ। ਪਰ ਮੈਂ ਕਈ ਵਾਰ ਇਹ ਸੋਚਦਾ ਹੈਗਾ ਕਿ ਭਾਰਤ ਦਾ ਸੰਵਿਧਾਨ ਤੁਹਾਨੂੰ 6 ਇੰਚ ਦੀ ਕਿਰਪਾਨ ਕੈਰੀ ਕਰਨ ਦੀ ਆਗਿਆ ਦਿੰਦਾ, 3 ਫੁੱਟ ਦੀ ਕਿਰਪਾਨ, ਪਰ ਇਦੋਂ ਆਪਾਂ ਪਿੱਛੇ ਚੱਲ ਜਾਂਦੇ ਹਾਂ ਜਦੋਂ, ਤਾਂ ਗੁਰੂ ਸਾਹਿਬ ਜੀ ਨੇ ਤਾਂ ਇਦੋਂ ਕਿਤੇ ਪਹਿਲਾਂ ਤੁਹਾਨੂੰ ਰਾਜ ਬਖਸ਼ਿਆ ਸੀਗਾ, ਸਾਡਾ ਰਾਜ ਹੁੰਦਾ ਸੀਗਾ। ਇੱਕ ਉਹ ਚੀਜ਼ ਵਾ, ਇੱਕ ਭਾਰਤ ਦਾ ਸੰਵਿਧਾਨ ਆ, ਕੰਪੈਰੀਜ਼ਨ ਕਰਦੇ ਹੋ ਤੁਸੀਂ ਕਦੇ? ਨਹੀਂ, ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਉਹਦੇ ਵਿੱਚ ਕਾਫੀ ਹਕੀਕਤਾਂ ਹੈਗੀਆਂ ਔਰ ਬਿਲਕੁਲ ਠੀਕ ਹੈਗਾ, ਪਰ ਉਸ ਨੂੰ ਇੰਪਲੀਮੈਂਟ ਉਸ ਤਰੀਕੇ ਨਾਲ ਨਹੀਂ ਕੀਤਾ। ਪਰ ਆਪਾਂ ਜਦੋਂ ਤੁਸੀਂ ਸਿੱਖੀ ਤੋਂ ਪ੍ਰਭਾਵਿਤ ਹੁੰਦੇ ਜੋ ਹੈ ਨਾ, ਤਾਂ ਸਿੱਖੀ ਤੋਂ ਪ੍ਰਭਾਵਿਤ ਜਦੋਂ ਤੁਸੀਂ ਹੁੰਦੇ ਹੋ ਤਾਂ ਸਿੱਖ ਕੌਮ ਦੇ ਕੋਲ ਤਾਂ ਆਪਣਾ ਰਾਜ ਸੀਗਾ, ਆਪਣੀਆਂ ਤੋਪਾਂ ਸੀਗੀਆਂ। ਇੱਥੇ ਤੁਸੀਂ 3 ਫੁੱਟ ਦੀ ਕਿਰਪਾਨ ਤੇ ਸੀਮਿਤ ਹੋ ਕੇ ਰਹਿ ਗਏ, ਉਹ ਵੀ ਪਾਰਲੀਮੈਂਟ ਜੀ ਨਹੀਂ ਲੈ ਕੇ ਜਾਣ ਦਿੰਦੇ ਉਹ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿੱਖ ਕੌਮ ਤੋਂ ਜੇ ਤੁਸੀਂ ਪ੍ਰਭਾਵਿਤ ਅੱਜ ਹੁੰਦੇ ਹੋ ਤਾਂ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਸਿੱਖ 75 ਸਾਲਾਂ ਬਾਅਦ ਵੀ ਸਿੱਖ ਤੇ ਮੁੜ ਆਜ਼ਾਦੀ ਦੇ ਰਾਹ ਪਏ ਹੋਏ ਆ ਵੀ ਜਿਹੜਾ ਸਾਡਾ ਕਦੀ ਰਾਜ ਹੁੰਦਾ ਸੀ ਅਸੀਂ ਉਹ ਖਾਲਸਾ ਰਾਜ ਚਾਹੁੰਦੇ ਆ। ਕਿੱਦਾਂ ਸੋਚਦੇ ਹੋ? ਨਹੀਂ, ਖਾਲਸਾ ਰਾਜ ਅਸੀਂ ਵੀ ਚਾਹੁੰਦੇ ਕਿ ਖਾਲਸਾ ਰਾਜ ਹੋਣਾ ਚਾਹੀਦਾ। ਖਾਲਸਾ ਮਤਲਬ ਸੱਚਾਈ। ਤੁਸੀਂ ਇਸ ਸੰਵਿਧਾਨ ਦੇ ਵਿੱਚੋਂ ਚਾਹੁੰਦੇ ਹੋ? ਅਸੀਂ ਸੰਵਿਧਾਨ ਦੇ ਵਿੱਚ ਸਭ ਕੁਝ ਹੈਗਾ ਹੈ, ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ। ਉਸ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਪ੍ਰੋਪਰ ਤਰੀਕੇ ਨਾਲ, ਕਿਉਂਕਿ ਜਿਸ ਤਰੀਕੇ ਨਾਲ ਖਾਲਸਾ ਦੇ ਪੰਥ ਦੀ ਗੱਲ ਕਰ ਰਹੇ ਖਾਲਸਾ, ਅਸੀਂ ਜਿਹੜਾ ਆਪਣਾ ਮੁਕਾਮ ਜਿਹੜਾ ਹੈਗਾ ਅਸੀਂ ਸਮਾਪਨ ਜਿਹੜਾ ਕਰਨਾ ਅਸੀਂ ਉੱਥੇ ਹੀ ਕਰਨਾ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਹੋਈ ਸੀਗੀ। ਔਰ ਖਾਲਸਾ ਪੰਥ ਦੀ ਸਥਾਪਨਾ ਅਸੀਂ ਉਸ ਸਥਾਨ ਕਿਉਂ ਚੁਣਿਆ? ਇਸੇ ਕਰਕੇ ਚੁਣਿਆ ਕਿ ਵੀ ਉੱਥੇ ਸਾਰੇ ਜਿੰਨੇ ਵੀ 5 ਪਿਆਰੇ ਸੀ, 5 ਪਿਆਰਿਆਂ ਦੇ ਵਿੱਚੋਂ 4 ਪਿਆਰੇ ਜਿਹੜੇ ਸੀ ਉਹ ਮਾਈਨੋਰਿਟੀ ਸਾਈਡ ਦੇ ਸੀਗੇ। ਉੱਥੇ ਇਲੈਕਸ਼ਨ ਨਹੀਂ ਸੀ ਹੋਈ ਸੀਗੀ ਨਾ, ਜੋ ਉੱਥੇ ਸਿਲੈਕਸ਼ਨ ਹੋਈ ਸੀਗੀ। ਸੋ ਜਿਹੜਾ ਸਿੱਖ ਕੌਮ ਦਾ ਕਨਸੈਪਟ ਹੈਗਾ ਇਹ ਤੇ ਸਿਲੈਕਸ਼ਨ ਦਾ ਸਿਸਟਮ ਹੈ। ਸਿਲੈਕਸ਼ਨ ਮੈਂ ਇਹਨੂੰ ਸਿਲੈਕਸ਼ਨ ਨਹੀਂ ਕਹਿ ਸਕਦਾ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਕਿਹੜਾ ਹੈਗਾ ਜਿਹੜਾ ਮਤਲਬ ਆਪਣਾ ਸਿਰ ਦੇ ਸਕਦਾ ਹੈਗਾ, ਸਿਲੈਕਸ਼ਨ ਨਹੀਂ ਅਸੀਂ ਕਹਿ ਸਕਦੇ। ਤਾਂ ਉਹਨਾਂ ਨੇ ਆਪਣੇ ਆਪ ਨੂੰ ਆਫਰ ਕੀਤਾ ਸੀਗਾ, ਜਿਹੜੇ ਉੱਥੇ ਗਏ ਸੀ ਆਫਰ ਕੀਤਾ ਸੀ, ਔਰ ਆਫਰ ਕਰਨ ਤੋਂ ਬਾਅਦ ਔਰ ਫਿਰ ਉਹ 4 ਜਿਹੜੇ ਕਿ ਸਾਡੇ ਆਏ ਸੀਗੇ ਜਿਹੜੇ ਕਿ ਇਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੈਗੇ ਆ। ਤਾਂ ਇਹ ਸਿਲੈਕਸ਼ਨ ਨਹੀਂ ਹੈ, ਇਹ ਇੱਕ ਆਫਰਿੰਗ ਹੈਗੀ ਹੈ। ਔਰ ਅੱਜ ਵੀ ਸਾਡੇ ਬੰਦੇ ਆਫਰ ਕਰਨ ਨੂੰ ਤਿਆਰ ਹੈਗੇ ਆ ਕਿ ਤੁਸੀਂ ਉਸ ਤਰੀਕੇ ਦਾ ਨਿਜ਼ਾਮ ਲੈ ਕੇ ਆਓ ਜਿਹੜਾ ਕਿ ਅੱਗੇ ਚੱਲ ਸਕੇ, ਉਹ ਅੱਗੇ ਵੱਧ ਸਕੇ। ਜਿਹੜੀ ਉਹ ਆਫਰਿੰਗ ਹੈਗੀ ਆ ਤੁਸੀਂ ਕਿਹਨੂੰ ਕਰਨੀ ਚਾਹੁੰਦੇ? ਆਪਾਂ ਤਾਂ ਫਿਰ ਦੁਬਾਰਾ ਗੁਰੂ ਨੂੰ ਹੀ ਸਮਰਪਿਤ ਕਰਾਂਗੇ ਨਾ ਵੀ ਮੇਰਾ ਸਿਰ ਗੁਰੂ ਦੇ ਦਰ ਤੇ ਹਾਜ਼ਰ ਹੋ, ਹੈ ਨਾ। ਹੁਣ 2 ਵਿਚਾਰਧਾਰਾਵਾਂ ਆ, ਇੱਕ ਹੈਗੀ ਆ ਇਲੈਕਸ਼ਨ ਸਿਸਟਮ ਵਾਲੀ, ਜਿਹੜਾ ਭਾਰਤ ਦਾ ਸੰਵਿਧਾਨ ਤੁਸੀਂ ਇਲੈਕਸ਼ਨ ਲੜ ਸਕਦੇ ਹੋ। ਹੁਣ ਇਲੈਕਸ਼ਨ ਤੁਸੀਂ 75 ਵਰੇ ਕਰਕੇ ਦੇਖ ਲੈਣਾ ਜੀ ਸਾਰਾ ਕੁਝ ਕੀ ਹੱਥ ਪੱਲੇ ਪੈਂਦਾ ਹੈਗਾ। 75% ਆਬਾਦੀ ਤੁਹਾਡੀ ਹੋਣ ਦੇ ਬਾਵਜੂਦ ਵੀ
ਆ 85% ਆਬਾਦੀ ਤੁਹਾਡੀ ਹੋਣ ਦੇ ਬਾਵਜੂਦ ਵੀ 75 ਵਰਿਆਂ ਬਾਅਦ ਵੀ ਹਾਲਾਤ ਵੱਧ ਨਾਲੋਂ ਬੱਤਰ ਜਾਂ ਵੱਧ ਦੇ ਵੱਧ ਹੀ ਰਹਿ ਗਏ ਹੈ ਨਾ ਜੀ। ਇੱਕ ਹੈਗਾ ਸਿਲੈਕਸ਼ਨ ਸਿਸਟਮ, ਜਿੱਥੇ ਤੁਸੀਂ ਸੀਸ ਭੇਟ ਕਰਦੇ ਹੋ ਗੁਰੂ ਨੂੰ, ਇੱਕ ਉਹ ਖਾਲਸਾ ਰਾਜ ਸਥਾਪਿਤ ਹੁੰਦਾ ਹੈਗਾ। ਦੋ ਅਲੱਗ-ਅਲੱਗ ਵਿਚਾਰਧਾਰਾਵਾਂ ਹੋ ਗਈਆਂ, ਮੈਨੂੰ ਐਵੇਂ ਲੱਗਦਾ। ਮੈਂ ਨਹੀਂ, ਕੋਈ ਅਲੱਗ ਵਿਚਾਰਧਾਰਾ ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਆਫਰਿੰਗ ਹੈਗੀ ਹੈ, ਉਹ ਜਿਹੜੀ ਮਾਈਨੋਰਿਟੀ ਕਮਿਊਨਿਟੀ ਹੈ, ਉਹਨਾਂ ਨੂੰ ਪਤਾ ਸੀਗਾ ਸਾਡਾ ਰਾਜ ਜਿਹੜਾ ਹੈਗਾ ਦਰਾਵਿੜ ਰਾਜ ਚੱਲਿਆ ਹੈਗਾ, ਜਿਹੜਾ ਕਿ ਮੋਹਨਜੋਦਾੜੋ ਦੀ ਖੁਦਾਈ ਤੋਂ ਸਟਾਰਟ ਹੁੰਦਾ ਹੈਗਾ ਜੀ, ਜੋ ਕਿ ਅੱਜ ਜਿਹੜਾ ਹੈਗਾ ਉਹ ਦਬ ਚੁੱਕਿਆ ਹੈ। ਔਰ ਜਦੋਂ ਅਸੀਂ ਹਰ ਇੱਕ ਜਗ੍ਹਾ ਗਏ ਹੈ, ਇੰਡੀਆ ਦੇ ਵਿੱਚ ਹਰ ਕੋਨੇ ਦੇ ਵਿੱਚ ਘੁੰਮੇ ਆ, ਉਹ ਉਹੀ ਰਾਜ ਚਾਹੁੰਦੇ ਹੈਗੇ ਆ ਕਿ ਸਾਡਾ ਸਮਾਜ ਜਿਹੜਾ ਉੱਠੇ। ਇਹ ਕਮੀ ਇੱਥੇ ਹੈਗੀ ਹੈ ਕਿ ਜਦੋਂ ਵੋਟ ਦਾ ਅਧਿਕਾਰ ਦੀ ਗੱਲ ਹੈਗੀ ਹੈ, ਵੋਟ ਇਕੁਅਲ, ਦੇ ਆਰ ਇਕੁਅਲ ਐਜ਼ ਪਰ ਰਾਈਟ, ਐਜ਼ ਪਰ ਕਨਸਟੀਟਿਊਸ਼ਨ। ਪਰ ਗੱਲ ਕੀ ਹੈਗੀ ਹੈ ਕਿ ਉਹ ਗੱਲ ਕੀਤੀ ਹੈਂਡ ਟੂ ਮਾਊਥ ਵਾਲੀ ਗੱਲ। ਅਸੀਂ ਉਹਨਾਂ ਦੇ ਵਿੱਚ ਜਾਗਰਤੀ ਲਿਆ ਰਹੇ ਹੈਗੇ ਆ, ਉਹਨਾਂ ਦੇ ਕੋਲ ਜਾ ਰਹੇ ਹਾਂ, ਉਹਨਾਂ ਦੇ ਨਾਲ ਡਿਸਕਸ਼ਨ ਕਰ ਰਹੇ ਹਾਂ, ਔਰ ਉਹ ਉਸ ਚੀਜ਼ ਨੂੰ ਮੰਨ ਰਹੇ ਹੈਗੇ ਕਿ ਹਾਂ ਅਸੀਂ ਭੁਲੇਖੇ ਦੇ ਵਿੱਚ ਹੈਗੇ ਆ। ਤੁਹਾਨੂੰ ਲੱਗਦਾ ਕਿ ਜੇ 85% ਲੋਕ ਜਾਗਰੂਕ ਹੋ ਜਾਣ, ਤੁਹਾਨੂੰ ਐਂ ਲੱਗਦਾ ਕਿ ਉਹ ਜਾਗਰੂਕ ਹੋ ਕੇ ਸਹੀ ਲੋਕਾਂ ਨੂੰ ਵੋਟ ਪਾਉਣ, ਜਾਂ ਐਂ ਲੱਗਦਾ ਤੁਹਾਨੂੰ ਕਿ ਜਦੋਂ ਤੁਹਾਡੇ ਵਰਗੇ ਸਿਆਣੇ ਬੰਦੇ ਉੱਥੇ ਸੱਤਾ ਦੇ ਕਾਬਜ ਹੋ ਗਏ ਤਾਂ ਫੇਰ ਠੀਕ ਹੋ ਜਾਊਗਾ, ਐਂ ਲੱਗਦਾ ਤੁਹਾਨੂੰ? ਮੈਂ 85% ਦੀ ਗੱਲ ਨਹੀਂ ਕਰ ਰਿਹਾ। ਮੈਂ ਕਹਿੰਦਾ ਜੇ 10% ਵੀ ਜਾਗਰੂਕ ਹੋ ਗਏ ਤਾਂ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਸਾਡਾ ਰਾਜ ਇਮੀਡੀਏਟਲੀ ਆ ਜਾਏਗਾ। ਨਹੀਂ, ਪਰ ਸੱਤਾ ਤੁਹਾਡੇ ਹੱਥ ਆਉਣੀ ਨਹੀਂ, ਕਿਉਂਕਿ ਉੱਥੇ ਵੋਟਾਂ ਗਿਣੀਆਂ ਜਾਣੀਆਂ ਉੱਥੇ। ਨਹੀਂ, ਵੋਟਾਂ ਦੀ ਗੱਲ ਮੈਂ ਕਰ ਰਿਹਾ। 10% ਦਾ ਮਤਲਬ ਇਹ ਨਹੀਂ ਹੁੰਦਾ ਕਿ 10% ਮਤਲਬ ਤੁਸੀਂ 10% ਨੂੰ ਲੈ ਕੇ ਚੱਲੋਗੇ। ਵੋਟਾਂ ਦੀ ਗੱਲ ਨਹੀਂ ਹੈ। 10% ਦਾ ਮਤਲਬ ਹੈ ਫੈਮਲੀਜ਼, ਮਤਲਬ ਉਹਦੇ ਨਾਲ ਮਤਲਬ ਸਾਡਾ ਸਮਾਜ ਜਿਹੜਾ ਹੈ ਇਹ ਸਾਰਾ ਟੋਟਲ ਉੱਪਰ ਉੱਠ ਜਾਏਗਾ। ਕਿਉਂਕਿ ਐਜੂਕੇਸ਼ਨ ਦੀ ਕਮੀ ਹੈ, ਉਹਨਾਂ ਨੂੰ ਘਾਟ ਜਿਹੜੀ ਹੈਗੀ ਹੈ, ਉਹਨਾਂ ਦੇ ਕੋਲ ਪਤਾ ਨਹੀਂ ਹੈ। ਉਹਨਾਂ ਲਾਸਟ ਮਿੰਟ ਦੇ ਉੱਤੇ ਉਹਨਾਂ ਨੂੰ ਕਹਦੇ ਜਿੱਦਾਂ ਕਣਕ ਦੀ ਬੋਰੀ ਦੇ ਦਿੱਤੀ ਕਿ ਵੀ ਚਲੋ 1 ਹਫ਼ਤੇ ਦਾ ਰਾਸ਼ਨ ਤੁਹਾਨੂੰ ਮਿਲ ਜਾਏਗਾ, ਤੁਸੀਂ ਇਹਦੇ ਉੱਤੇ ਵੋਟ ਦੇ ਦਿਓ। ਉਹ ਵਿਚਾਰਾ ਮਤਲਬ ਉਸ ਭੰਬਲ ਭੂਸੇ ਦੇ ਵਿੱਚ ਪੈ ਜਾਂਦਾ ਹੈਗਾ ਕਿ ਮਤਲਬ ਮੈਂ ਚਲੋ 1 ਹਫ਼ਤਾ ਦੇ ਤਾਂ ਮੇਰਾ ਕੰਮ ਚੱਲਿਆ। ਪਰ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਤੁਸੀਂ ਇੱਕ ਹੀਰੇ ਹੋ, ਤੁਹਾਡੀ ਚਮਕ ਹੈਗੀ ਹੈ, ਤੁਹਾਨੂੰ ਹੀਰੇ ਨੂੰ ਜਿਹੜਾ ਹੈਗਾ ਮਿੱਟੀ ਦੇ ਵਿੱਚ ਲਬੇੜਿਆ ਹੋਇਆ ਹੈ। ਉਸ ਜਿਹੜੀ ਮਿੱਟੀ ਹੈ, ਮਿੱਟੀ ਨੂੰ ਅਸੀਂ ਧੋ ਰਹੇ ਹਾਂ, ਮਿੱਟੀ ਨੂੰ ਧੋ ਕੇ ਕਿ ਤੁਹਾਡੀ ਉਹੀ ਚਮਕ ਹੈ ਕਿ ਜੋ ਇੱਕ ਬੜੇ ਆਦਮੀ ਦੀ ਚਮਕ ਹੈ, ਉਸੇ ਤਰੀਕੇ ਨਾਲ ਬਾਹਰ ਨਿਕਲੋ। ਜੇ ਤੁਹਾਡੀ ਚਮਕ ਵਾਪਸ ਆ ਗਈ ਤਾਂ ਤੁਸੀਂ ਆਪਣਾ ਰਾਜ ਕਾਇਮ ਕਰ ਸਕਦੇ ਹੋ, ਉਹਦੇ ਵਿੱਚ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਤੁਹਾਨੂੰ ਲੱਗਦਾ ਕਿ ਸਿੱਖ ਧਰਮ ਦੇ ਵਿੱਚ, ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਸੀਗੀ, ਤੁਸੀਂ ਵੀ ਖੁਦ ਇਹ ਗੱਲ ਕਰਦੇ ਹੋ ਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਨਾ ਜੀ ਥੱਲਿਓਂ ਚੁੱਕ ਕੇ ਮਤਲਬ ਕਿੰਨਾ ਮਾਣ ਸਨਮਾਨ ਦਿੱਤਾ। ਹਮ ਰੱਖਤ ਪਾਤਸ਼ਾਹੀ ਦਾਵਾ ਦੀ ਗੱਲ ਆਪਾਂ ਕਰਨ ਜੋਗੇ ਅੱਜ ਹੋ ਗਏ ਹਾਂ ਨਾ ਜੀ, ਵੀ ਅਸੀਂ ਪਾਤਸ਼ਾਹੀ ਦਾ ਦਾਵਾ ਰੱਖਦੇ ਹਾਂ। ਅਸੀਂ ਰਾਜ ਭਾਗ ਦੇ ਮਾਲਕ ਹੁੰਦੇ ਸੀਗੇ, ਆਪਣੀਆਂ ਟੈਂਕਾਂ, ਤੋਪਾਂ, ਫੌਜਾਂ ਦੇ ਮਾਲਕ ਹੁੰਦੇ ਸੀ, ਆਪਣੇ ਘੋੜਿਆਂ ਦੇ ਮਾਲਕ, ਆਪਣੇ ਬਾਜਾਂ ਦੇ ਮਾਲਕ। ਵੀ ਜਿਹੜੇ ਲੋਕ ਉਹ ਕਰਨ ਨਹੀਂ ਸੀ ਕੁਛ ਵੀ ਦਿੰਦੇ, ਗੁਰੂ ਸਾਹਿਬ ਜੀ ਨੇ ਸਾਨੂੰ ਆਖਿਆ ਕਿ ਤੁਸੀਂ ਦਮਾਲੇ ਸਜਾਓ, ਤੁਸੀਂ ਦਾੜੀ ਮੁੱਛ ਨਹੀਂ ਰੱਖ ਸਕਦੇ। ਗੁਰੂ ਸਾਹਿਬ ਜੀ ਕਹਿੰਦੇ ਮੇਰਾ ਸਿੱਖ ਐਵੇਂ ਦਾ। ਤੁਸੀਂ ਪ੍ਰਭਾਵਿਤ ਹੁੰਦੇ ਹੋ, ਤੁਹਾਨੂੰ ਲੱਗਦਾ ਕਿ ਸਾਨੂੰ ਸਿੱਖੀ ਗ੍ਰਹਿਣ ਕਰ ਲੈਣੀ ਚਾਹੀਦੀ ਹੈ, ਐਉਂ ਲੱਗਦਾ ਤੁਹਾਨੂੰ? ਦੇਖੋ, ਗ੍ਰਹਿਣ ਸਿੱਖੀ ਕੀ ਹੈਗੀ ਹੈ, ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਇਹ ਹੈ ਸਿੱਖਣ ਵਾਲੀ, ਸੁਣਨ ਵਾਲੀ, ਕਿ ਸਿੱਖੀ ਕੀ ਹੈ। ਸਿੱਖੀ ਹੈ ਇੱਕ ਸੱਚਾਈ, ਕਿ ਸੱਚਾਈ ਦੇ ਉੱਤੇ ਚੱਲਣਾ। ਔਰ ਜਿਹੜੀ ਸਿੱਖ ਕੌਮ ਹੈ ਅੱਜ ਸੱਚਾਈ ਦੇ ਉੱਤੇ ਚੱਲ ਰਹੀ ਹੈਗੀ ਹੈ, ਔਰ ਇਸੇ ਕਰਕੇ ਜਿਹੜੀ ਉਹ ਕਾਮਯਾਬ ਹੋਈ ਹੈਗੀ ਹੈ। ਕਿਉਂਕਿ ਇੱਕ ਬਹੁਤ ਹੀ ਘੱਟ ਲੋਕ ਹਨ ਜਿਹੜੇ ਕਿ ਇਹਦੇ ਵਿੱਚ ਹੁੰਦੇ ਹੋਏ ਵੀ, ਕਿਉਂਕਿ ਉਹਨਾਂ ਦੇ ਵਿੱਚ ਏਕਤਾ ਹੈਗੀ ਹੈ, ਇਕਜੁੱਟਤਾ ਹੈਗੀ ਹੈ, ਔਰ ਇਸ ਕਰਕੇ ਉਹ ਘੱਟ ਹੁੰਦੇ ਹੋਏ ਵੀ ਜ਼ਿਆਦਾ ਨਜ਼ਰ ਆਉਂਦੇ ਹੈਗੇ ਆ। ਪਰ ਸਾਡੇ ਬੰਦੇ ਜ਼ਿਆਦਾ ਹੁੰਦੇ ਹੋਏ ਵੀ ਘੱਟ ਨਜ਼ਰ ਆਉਂਦੇ ਆ। ਸਿੱਖ ਘੱਟ ਹੁੰਦੇ ਆ, ਜ਼ਿਆਦਾ ਮੈਨੂੰ ਇਹ ਲੱਗਦਾ ਕਿ ਨਜ਼ਰ ਤਾਂ ਆਉਂਦੇ ਆ ਕਿਉਂਕਿ ਸਿੱਖਾਂ ਨੇ ਉਸ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਅਡੋਪਟ ਕੀਤਾ ਹੋਇਆ, ਔਰ ਫਿਰ ਉਹਨੂੰ ਦਿਖਾਉਂਦੇ ਆ ਲੋਕਾਂ ਨੂੰ ਵੀ ਅਸੀਂ ਇਹੋ ਜਿਹੇ ਹੁੰਦੇ ਆ, ਹੈ ਨਾ ਜੀ। ਸੋ ਇੱਕ ਮੈਨੂੰ ਲੱਗਦਾ ਕਿ ਵਧੀਆ ਚੀਜ਼ ਹੈਗੀ ਆ। ਸੋ ਕੀ ਕਹਿਣਾ ਚਾਹੁੰਦੇ ਹੋ ਆਪਣੇ ਪੂਰੇ ਮੁਲਕ ਦੇ ਉਹਨਾਂ ਦੱਬੇ ਕੁਚਲੇ ਲੋਕਾਂ ਨੂੰ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਦੱਬੇ ਹੋਏ ਹਾਂ? ਸਾਨੂੰ ਉਹ ਲੋਕ ਅੱਜ ਵੀ ਕਹਿੰਦੇ ਕਿ ਤੁਸੀਂ ਤਾਂ, ਤੁਹਾਡੀ ਥਾਂ ਤਾਂ ਇੱਥੇ ਹੀ ਆ, ਤੁਸੀਂ ਇੱਥੇ ਹੀ ਬਹਿਣਾ ਹੈਗਾ, ਤੁਹਾਨੂੰ ਨਾਲ ਨਹੀਂ ਬਿਠਾਉਂਦੇ ਹੈਗੇ। ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਮੇਰਾ ਉਹਨਾਂ ਸਾਰਿਆਂ ਨੂੰ, ਸਾਰੇ ਮਤਲਬ ਆਪਣੇ ਭਾਰਤ ਨੂੰ, ਪਰ ਜਿਹੜੇ ਬਾਹਰਲੇ ਦੇਸ਼ਾਂ ਦੇ ਲੋਕ ਹੈ ਜੋ ਕਿ ਸਾਡੇ ਵੱਲ ਝਾਕ ਰਹੇ ਹਨ, ਸਾਡੇ ਵੱਲ ਦੇਖ ਰਹੇ ਹਨ ਕਿ ਇਹ ਇੱਕ ਬਹੁਜਨ ਦਰਾਵੜ ਪਾਰਟੀ ਹੈ ਜਿਹੜੀ ਅੱਜ ਤੱਕ ਉੱਠੀ ਹੈ, ਜਿਨ੍ਹਾਂ ਨੂੰ ਕਦੀ ਮਤਲਬ ਸਿੱਖੀ ਤੋਂ ਇਲਾਵਾ ਕੋਈ ਗੱਲ ਨਹੀਂ ਕਰਦੇ। ਜੋ ਵੀ ਗੱਲ ਕਰਦੇ ਗੁਰਮਤ ਦੀ ਗੱਲ ਕਰਦੇ, ਗੁਰਮਤ ਦੇ ਹਿਸਾਬ ਨਾਲ ਚੱਲਦੇ ਆ। ਜਿਸ ਤਰ੍ਹਾਂ ਕਾਂਸ਼ੀ ਰਾਮ ਜੀ ਦੀ ਲਹਿਰ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ। ਕਾਂਸ਼ੀ ਰਾਮ ਜੀ ਨੂੰ ਪੁੱਛਿਆ ਗਿਆ ਸੀਗਾ ਪਾਰਲੀਮੈਂਟ ਦੇ ਵਿੱਚ ਵੀ ਕਿ ਤੁਹਾਡਾ ਮੈਨੀਫੈਸਟੋ ਕੀ ਹੈ, ਤਾਂ ਉਹਨਾਂ ਨੇ ਕਿਹਾ ਕਿ ਸਾਡਾ ਮੈਨੀਫੈਸਟੋ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਮੈਨੀਫੈਸਟੋ ਆ ਗਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਦੀ ਬਾਣੀ ਹੈ, ਸਾਰੇ ਗੁਰੂਆਂ ਦੀ ਬਾਣੀ, ਸਾਰੇ ਭਗਤਾਂ ਦੀ ਬਾਣੀ ਹੈਗੀ ਹੈ। ਤਾਂ ਜੇ ਅਸੀਂ ਉਸ ਨੂੰ ਮੈਨੀਫੈਸਟੋ ਅਸੀਂ ਅਪਣਾ ਲੈਂਦੇ ਹਾਂ ਤਾਂ ਉਹ ਸਾਡਾ ਜਿਹੜਾ ਰਾਜ ਨੂੰ ਕੋਈ ਰੋਕ ਨਹੀਂ ਸਕਦਾ ਹੈਗਾ। ਫਿਰ ਜਿਹੜਾ ਇਸ ਵੇਲੇ ਭਾਰਤ ਦਾ ਸੰਵਿਧਾਨ ਹੈਗਾ ਉਹਦੇ ਵਿੱਚ ਤੁਹਾਨੂੰ ਅਮੈਂਡਮੈਂਟਸ ਕਰਨੀਆਂ ਪੈਣਗੀਆਂ?
ਗੁਰਮਤਿ ਦੀ ਵਿਚਾਰਧਾਰਾ ਦੇ ਮੁਤਾਬਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ? ਨਹੀਂ, ਅਮੈਂਡਮੈਂਟ ਇਸ ਵੇਲੇ ਫਿਲਹਾਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਵੇਲੇ ਸਾਨੂੰ ਜੇ ਜ਼ਰੂਰਤ ਹੈਗੀ ਹੈ ਤਾਂ ਇਸ ਵੇਲੇ ਆਪਣੇ ਸਮਾਜ ਨੂੰ ਜਗਰਾ ਕੇ ਉਸ ਪੋਜੀਸ਼ਨ ਦੇ ਵਿੱਚ ਪਹੁੰਚਾਉਣਾ ਹੈ। ਜਦੋਂ ਅਸੀਂ ਉਸ ਪੋਜੀਸ਼ਨ ਦੇ ਵਿੱਚ ਆ ਜਾਵਾਂਗੇ ਤਾਂ ਅਮੈਂਡਮੈਂਟ ਆਟੋਮੈਟਿਕਲੀ ਹੋ ਜਾਏਗੀ। ਹੁਣ ਜਿਸ ਤਰ੍ਹਾਂ ਸਾਡੇ ਬੰਦੇ ਜਿਹੜੇ ਆ, ਜਿੱਦਾਂ ਬੰਦੀ ਸਿੱਖ ਹੈਗੇ ਆ, ਉਹ ਬੰਦੀ ਸਿੱਖ ਹੀ ਨਹੀਂ, ਮਤਲਬ ਹੋਰ ਵੀ ਬਹੁਤ ਹੈ ਜਿਹੜੀ ਕਮਿਊਨਿਟੀ ਹੈਗੀ ਹੈ। ਸਿਰਫ ਇਕੱਲੇ ਬੰਦੀ ਸਿੱਖਾਂ ਦੀ ਗੱਲ ਨਹੀਂ, ਬਹੁਤ ਕਮਿਊਨਿਟੀ ਹੈ ਜਿਨ੍ਹਾਂ ਨੇ ਕਿ ਆਪਣੇ ਦੇਸ਼ ਦੇ ਲਈ, ਆਪਣੇ ਰਾਜ ਪ੍ਰਾਪਤ ਕਰਨ ਲਈ ਬੜੇ ਤਸੱਦਦ ਝਗਲੇ ਹਨ। ਉਹ ਅੱਜ ਵੀ ਜੇਲ੍ਹਾਂ ਦੇ ਵਿੱਚ ਪਏ ਹਨ। ਤਾਂ ਅਸੀਂ ਕਹਿੰਦੇ ਹਾਂ ਕਿ ਸਾਰਿਆਂ ਨੂੰ ਹੀ ਰਿਹਾ ਕਰਨਾ ਚਾਹੀਦਾ। ਕਾਨਸਟੀਟਿਊਸ਼ਨ ਇਜਾਜ਼ਤ ਨਹੀਂ ਦੇ ਰਿਹਾ ਕਿ ਤੁਸੀਂ ਕਿਸੇ ਵੀ ਬੰਦੇ ਨੂੰ ਜੇਲ੍ਹਾਂ ਦੇ ਵਿੱਚ ਸੜਨ ਦਿਓ, ਪਰ ਇਹ ਮਤਲਬ ਇਹਨਾਂ ਨੂੰ ਇਹ ਪਤਾ ਹੈ ਕਿ ਜੇ ਇਹ ਬੰਦੇ ਬਾਹਰ ਆ ਗਏ ਤਾਂ ਇਹਨਾਂ ਨੂੰ ਉਹੀ ਗੱਲ ਹੈ, ਉਸ ਲਹਿਰ ਨੂੰ ਉੱਪਰ ਨੂੰ ਉਠਾਉਣ ਦੀ ਕੋਸ਼ਿਸ਼ ਕਰਨੀ ਹੈ ਔਰ ਅਸੀਂ ਜਿਹੜੇ ਹੈਗੇ ਆ ਅਸੀਂ ਡਾਊਨ ਹੋ ਜਾਵਾਂਗੇ। ਇਸ ਕਰਕੇ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਹੈਗੇ ਆ। ਤਾਂ ਅਸੀਂ ਅਪੀਲ ਵੀ ਕਰਦੇ ਹਾਂ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ, ਸਾਰਿਆਂ ਨੂੰ ਜਿੰਨੇ ਵੀ ਹੈਗੇ ਆ, ਜੋ ਕਿ ਇਸ ਗੱਲ ਨੂੰ ਕੋਰਟ ਵੀ ਮੰਨਦੀ ਹੈ ਕਿ ਰਿਹਾ ਹੋਣੇ ਚਾਹੀਦੇ ਆ। ਪਰ ਇਹ ਅੱਜ ਕੱਲ੍ਹ ਦੀ ਜਿਹੜੀ ਗੌਰਮੈਂਟ ਹੈ ਉਹ ਕੁਛ ਹੀ ਬੰਦਿਆਂ ਦੀ ਗੌਰਮੈਂਟ ਹੈਗੀ ਹੈ ਜਿਹੜੇ ਕਿ ਉਸ ਨੂੰ ਇੰਪਲੀਮੈਂਟ ਨਹੀਂ ਹੋਣ ਦਿੰਦੇ ਆ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਵੀ ਸਾਰੇ ਬੰਦੀ ਸਿੱਖ ਵੀ ਰਿਹਾ ਹੋਣ, ਸਾਰੇ ਜਿੰਨੇ ਹੋਰ ਵੀ ਅਦਰ ਕਮਿਊਨਿਟੀ ਦੇ ਬੰਦੇ ਉਹ ਵੀ ਰਿਹਾ ਹੋਣੇ ਚਾਹੀਦੇ ਹੈਗੇ ਆ। ਔਰ ਜਦੋਂ ਉਹ ਰਿਹਾ ਹੋ ਗਿਆ ਤਾਂ ਸਾਡਾ ਸੰਵਿਧਾਨ ਦੇ ਵਿੱਚ ਤਾਂ ਕੋਈ ਕਿਸੇ ਨੇ ਕਿਹਾ ਹੀ ਨਹੀਂ ਸੰਵਿਧਾਨ ਕਿ ਤੁਸੀਂ ਇਸ ਨੂੰ ਬੰਦ ਕਰਕੇ ਰੱਖੋ। ਇਹ ਤਾਂ ਮਤਲਬ ਇੱਕ ਜਿਸ ਤਰ੍ਹਾਂ ਕਹਿੰਦੇ ਧੱਕੇਸ਼ਾਹੀ ਹੈ। ਜਿਹੜੇ ਲੋਕ ਆਪਾਂ 75 ਵਰ੍ਹੇ ਹੋ ਗਏ ਮੁਲਕ ਨੂੰ ਆਜ਼ਾਦ ਹੋਇਆ ਨੂੰ, ਸਿੱਖ ਉਸ ਰਾਹੇ ਕਿਉਂ ਪਏ? ਜਦੋਂ ਆਪਾਂ ਇਸ ਵਾਲੇ ਬੰਨੇ ਨੂੰ ਜਾਵਾਂਗੇ ਤਾਂ ਮੈਨੂੰ ਲੱਗਦਾ ਗੱਲ ਬਹੁਤ ਲੰਬੀ ਹੋ ਜਾਊਗੀ। ਅਤੇ ਬਸ ਇੱਕ ਦੋ ਸਵਾਲ ਹੀ ਹੋਰ ਹੈਗੇ ਆ। ਸਿੱਖ ਇਸ ਬੰਨੇ ਨੂੰ ਕਿਉਂ ਤੁਰੇ? ਆਪਾਂ ਕਈ ਵਾਰ ਇਉਂ ਸਮਝਦੇ ਹੈਗੇ ਆ ਕਿ ਇਸ ਮੁਲਕ ਦੇ ਨਿਜ਼ਾਮ ਨੇ, ਹੈ ਨਾ ਜੀ, ਹਕੂਮਤਾਂ ਨੇ ਸਿੱਖਾਂ ਨੂੰ ਉਸ ਬੰਨੇ ਨੂੰ ਜਾਣ ਵਾਸਤੇ ਪ੍ਰੇਰਿਤ ਕਰਤਾ, ਧੱਕੇਲਿਆ ਸਿੱਖਾਂ ਨੂੰ ਉਧਰ ਨੂੰ ਕਿ ਤੁਸੀਂ ਆਪਣੇ ਹੱਥਾਂ ਦੇ ਵਿੱਚ ਹਥਿਆਰ, ਕਿਉਂਕਿ ਗੁਰੂ ਸਾਹਿਬ ਜੀ ਨੇ ਆਖਿਆ ਸੀ ਵੀ ਚੂੰਕਾਰ ਅਜ਼ ਹਮਾਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਵੀ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਤਾਂ ਫਿਰ ਤਲਵਾਰ ਦੀ ਮੁੱਠ ਤੇ ਹੱਥ ਚਲੇ ਜਾਣਾ ਵਾਜਬ ਹੈ ਨਾ ਜੀ। ਤੁਹਾਨੂੰ ਇੱਥੇ ਹੱਕ ਹਕੂਕ ਨਹੀਂ ਮਿਲੇ, ਤੁਹਾਨੂੰ ਪੰਜਾਬੀ ਸੂਬਾ ਲੈਣ ਵਾਸਤੇ ਵੀ ਸੰਘਰਸ਼ ਕਰਨਾ ਪਿਆ। ਇੱਕ 7 ਵਰ੍ਹਿਆਂ ਦਾ ਬੱਚਾ ਜਿਹੜਾ ਹੈਗਾ, ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ 'ਤੇ ਪਾਬੰਦੀ ਲੱਗ ਜਾਂਦੀ ਆ। ਬਾਕੀ ਸੂਬਿਆਂ ਨੂੰ ਭਾਸ਼ਾਵਾਂ ਦੇ ਆਧਾਰ ਦੇ ਉੱਪਰ ਮਿਲ ਗਏ ਸਾਰੇ ਸੂਬੇ। ਪੰਜਾਬ ਦੇ ਫਿਰ 3 ਟੁਕੜੇ ਕੀਤੇ ਗਏ, ਪੰਜਾਬ ਰਹਿ ਗਿਆ, ਉੱਧਰ ਹਰਿਆਣਾ ਹਿਮਾਚਲ ਕੱਢਤਾ। ਹੁਣ ਫਿਰ ਪਤਾ ਨਹੀਂ ਅੱਗੇ ਤੋਂ ਅੱਗੇ ਉਹਨਾਂ ਨੇ ਕੀ ਕਰਨਾ ਹੈਗਾ। ਸੋ ਸਿੱਖਾਂ ਨੂੰ ਮਜਬੂਰ ਹੋ ਕੇ ਉੱਧਰਲੇ ਬੰਨੇ ਨੂੰ ਤੁਰਨਾ ਪਿਆ। ਜਿੱਧਰਲੇ ਬੰਨੇ ਨੂੰ ਤੁਰਿਆਂ ਨੂੰ ਉਹਨਾਂ ਨੂੰ ਕਹਿਣਾ ਪਿਆ ਵੀ ਇਹ ਅੱਤਵਾਦੀ ਆ। ਹੁਣ ਸਿੱਖ ਚਾਹੁੰਦੇ ਆ ਕਿ ਨਹੀਂ ਬਈ, ਅਸੀਂ ਤੁਹਾਡਾ ਧੱਕਾ 75 ਵਰ੍ਹੇ ਚੱਲ ਲਿਆ, ਅਸੀਂ ਨਹੀਂ ਤੁਹਾਡਾ ਧੱਕਾ ਹੋਰ ਚੱਲ ਸਕਦੇ। ਉਹਨਾਂ ਸਿੱਖਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਆਜ਼ਾਦੀ ਦੇ ਰਾਹ ਪਏ ਹੋਏ ਆ? ਅੱਜ ਇੱਥੇ ਵੀ ਜਿਨ੍ਹਾਂ ਨੇ ਤੁਹਾਨੂੰ ਸਨਮਾਨਿਤ ਕੀਤਾ ਦਲ ਖਾਲਸਾ ਵਾਲਿਆਂ ਨੇ, ਉਹ ਤਾਂ ਇਲੈਕਸ਼ਨ ਵੀ ਨਹੀਂ, ਉਹ ਕਹਿੰਦੇ ਸਾਡਾ ਇਲੈਕਸ਼ਨ ਦੇ ਵਿੱਚ ਅਸੀਂ ਬਿਲੀਵ ਨਹੀਂ ਕਰਦੇ ਹੈਗੇ, ਨਾ ਇਲੈਕਸ਼ਨ ਨਾ ਵੋਟਾਂ ਦੇ ਸਿਸਟਮ ਦੇ ਵਿੱਚ ਪੈਂਦੇ ਹੀ ਹੈਗੇ ਆ। ਉਹ ਕਹਿੰਦੇ ਸਾਨੂੰ ਆਜ਼ਾਦੀ ਚਾਹੀਦੀ ਆ। ਤੁਹਾਨੂੰ ਲੱਗਦਾ ਕਿ ਠੀਕ ਆ ਉਹ ਆਪਣੇ ਰਾਹ 'ਤੇ ਠੀਕ ਨੇ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਉਹਨਾਂ ਨੂੰ ਮੁੜੇ ਆਉਣਾ ਚਾਹੀਦਾ ਪਿੱਛੇ ਨੂੰ? ਉਹ ਆਪਣੇ ਰਾਹ ਦੇ ਉੱਤੇ ਬਿਲਕੁਲ ਠੀਕ ਹੈਗੇ ਆ, ਪਰ ਮੇਨ ਜਿਹੜਾ ਹੈਗਾ ਜਿਸ ਤਰ੍ਹਾਂ ਕਿ ਪੰਜਾਬ ਹੈਗਾ, ਪੰਜਾਬ ਦੀ ਕੈਪੀਟਲ ਜਿਹੜੀ ਹੈਗੀ ਉਹ ਚੰਡੀਗੜ੍ਹ ਹੈਗੀ ਹੈ। ਉਹ ਚੰਡੀਗੜ੍ਹ ਦੇ ਵਿੱਚ ਹਕੂਮਤ ਜਿਹੜੀ ਹੈ ਮਤਲਬ ਯੂਨੀਅਨ ਟੈਰੀਟਰੀ ਹੈਗੀ ਹੈ। ਯੂਟੀ ਦੀ ਜਿਹੜੀ ਵੀ ਹਕੂਮਤ ਹੋਏਗੀ, ਜੋ ਵੀ ਫਰਮਾਨ ਹੋਏਗਾ ਉਹ ਸੈਂਟਰ ਗੌਰਮੈਂਟ ਦਾ ਹੋਏਗਾ। ਤਾਂ ਇਸੇ ਕਰਕੇ ਉਹਨਾਂ ਨੇ ਪੰਜਾਬ ਨੇ ਜਾਣ ਬੁੱਝ ਕੇ ਯੂਟੀ ਬਣਾਇਆ ਹੋਇਆ ਉਸ ਨੂੰ ਚੰਡੀਗੜ੍ਹ, ਔਰ ਜਿੰਨੇ ਵੀ ਫਰਮਾਨ ਹੁੰਦੇ ਉੱਥੋਂ ਹੁੰਦੇ। ਜੇ ਕੋਈ ਅੱਛਾ ਕੰਮ ਕਰਦੇ ਹੈਗੇ ਆ ਉਹਦੇ ਉੱਤੇ ਸਾਈਨ ਜਿਹੜੇ ਲੈਫਟੀਨੈਂਟ ਗਵਰਨਰ ਦੇ ਜਾਂ ਗਵਰਨਰ ਦੇ ਹੋਣੇ ਆ, ਉਹ ਵਿਦਆਊਟ ਦਾ ਅਪਰੂਵਲ ਆਫ ਸੈਂਟਰ ਗਵਰਨਮੈਂਟ ਉਹ ਨਹੀਂ ਹੋ ਸਕਦੇ ਆ। ਇਸ ਕਰਕੇ ਮਤਲਬ ਇਹ ਜਿੰਨੇ ਵੀ ਸਾਡੇ ਉੱਪਰ ਡਿਕਟੇਟਰਸ਼ਿਪ ਹੋ ਰਹੀ ਹੈ ਸੈਂਟਰ ਗਵਰਨਮੈਂਟ ਦੀ ਹੋ ਰਹੀ ਹੈ। ਔਰ ਸਾਡੇ ਬੰਦਿਆਂ ਨੂੰ ਇਸ ਚੀਜ਼ ਨੂੰ ਸਿੱਖਣਾ ਚਾਹੀਦਾ ਕਿ ਵੀ ਅਸੀਂ ਜੇ ਮਤਲਬ ਡਿਕਟੇਟਰਸ਼ਿਪ ਹੈ ਉਸ ਦਾ ਅਸੀਂ ਮੁਕਾਬਲਾ ਜਿਹੜਾ ਕਰਨਾ ਅਸੀਂ ਕਰਨਾ, ਉਹ ਸਾਨੂੰ ਬਾਹਰ ਨਿਕਲਣਾ ਚਾਹੀਦਾ, ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਹਕੂਮਤ ਦੇ ਅਗੇਂਸਟ ਆਉਣਾ ਚਾਹੀਦਾ ਹੈ। ਆਪਾਂ ਜਿਹਨਾਂ ਦੇ ਘਰੇ ਬੈਠੇ ਹੈਗੇ ਆ, ਜਿਸ ਪਾਰਟੀ ਨੇ ਆਪਾਂ ਨੂੰ ਸਨਮਾਨਿਤ ਇੱਥੇ ਕੀਤਾ ਹੈਗਾ, ਉਹ ਖਾਲਿਸਤਾਨ ਦੇ ਰਾਹ ਪਈ ਹੋਈ ਹੈ। ਸਿੱਧੀ ਗੱਲ ਹੈ। ਉਹ ਕਹਿੰਦੇ ਸਾਡਾ ਖਾਲਿਸਤਾਨ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ। ਸਪੋਰਟ ਕਰਦੇ ਹੋ ਖਾਲਿਸਤਾਨ ਦੀ, ਭਾਵੇਂ ਤੁਸੀਂ ਉੱਧਰ ਜਿੱਧਰ ਮਰਜ਼ੀ ਵਿਚਰੋ, ਸਪੋਰਟ ਕਰਦੇ ਹੋ ਉਹਨਾਂ ਦੀ? ਨਹੀਂ, ਖਾਲਿਸਤਾਨ ਦਾ ਮਕਸਦ ਸਾਡੀ ਖਾਲਿਸਤਾਨ ਜਿਹੜੀ, ਅਸੀਂ ਨਹੀਂ ਕਹਿੰਦੇ ਕਿ ਪੰਜਾਬ ਖਾਲਿਸਤਾਨ ਰਾਜ ਅਲੱਗ ਹੋਵੇ, ਅਸੀਂ ਕਹਿੰਦੇ ਪੂਰਾ ਇੰਡੀਆ ਖਾਲਿਸਤਾਨ ਹੋਣਾ। ਪੰਜਾਬ ਭਈ ਇਹ ਹੁੰਦਾ ਸੀਗਾ, ਖਾਲਸਾ ਰਾਜ ਅਲੱਗ ਹੁੰਦਾ ਸੀਗਾ। ਜਦੋਂ ਆਪਾਂ ਗੱਲ ਕਰਦੇ ਹਾਂ ਫਿਰ ਤਾਂ ਕਈ ਵਾਰ ਇਹ ਲੱਗਦਾ ਹੈਗਾ ਕਿ ਨਾ ਉਹ ਕੀ ਕਹਿੰਦੇ ਹੁੰਦੇ ਸਾਡੇ ਪੰਜਾਬੀ 'ਚ ਇੱਕ ਕਹਾਵਤ ਆ ਵੀ ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਨਹੀਂ, ਅੱਗੇ ਵੀ ਹੋਇਆ, ਅੱਗੇ ਅਜੇ ਤੱਕ ਤਾਂ ਕੋਈ ਇਸ ਤਰ੍ਹਾਂ ਦੇ ਖਾਲਿਸਤਾਨ ਦਾ ਅਲੱਗ ਰਾਜ ਕੋਈ ਨਹੀਂ ਸੀਗਾ। ਉਹ ਬਿਫੋਰ ਪਾਰਟੀਸ਼ਨ ਵਗੈਰਾ ਜਿਹੜਾ ਰਾਜਾ ਰਣਜੀਤ ਸਿੰਘ ਦੇ ਉਹ ਜਿਹੜੀਆਂ ਸੰਧੀਆਂ ਹੋਈਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਮਹਾਰਾਣੀ ਜਿੰਦ ਕੌਰ, ਮਹਾਰਾਜਾ ਦਲੀਪ ਸਿੰਘ ਉਦੋਂ ਨਾਬਾਲਗ ਸੀ ਨਾ ਜੀ, 9 ਮਾਰਚ 1946 ਵਾਲੀਆਂ ਸੰਧੀਆਂ ਉਹ ਅੱਜ ਵੀ ਵੈਲਿਡ ਨੇ ਜੀ। ਉਹ
ਨਹੀਂ ਸੰਧੀਆਂ ਵੈਲਿਡ ਹੈਗੀਆਂ। ਮੈਂ ਉਹੀ ਗੱਲ ਕਰ ਰਿਹਾ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਜਿਹੜਾ ਸਮੇਂ ਸੀਗਾ, ਅਸੀਂ ਚਾਹੁੰਦੇ ਕਿ ਉਸ ਤਰ੍ਹਾਂ ਦਾ ਹੀ ਸਮੇਂ ਆਉਣਾ ਚਾਹੀਦਾ। ਖਾਲਿਸਤਾਨ ਉਹੀ ਖਾਲਿਸਤਾਨ ਹੈ ਜਿੱਥੇ ਵੋਟਾਂ ਦੇ ਵਿੱਚੋਂ ਨਿਕਲੇਗਾ। ਤੁਹਾਨੂੰ ਲੱਗਦਾ ਵੋਟਿੰਗ ਸਿਸਟਮ ਦੇ ਵਿੱਚੋਂ ਨਿਕਲ ਸਕਦਾ ਹੋ ਜਾ ਰਾਜ? ਦੇਖੋ ਵੋਟਿੰਗ ਸਿਸਟਮ ਤਾਂ ਚੱਲਦੀ ਰਹਿਣੀ ਹੈ, ਵੋਟਿੰਗ ਸਿਸਟਮ ਤੋਂ ਬਗੈਰ ਤਾਂ ਹੋ ਹੀ ਨਹੀਂ ਸਕਦਾ, ਇਹ ਚੱਲੇਗਾ। ਪਰ ਕੀ ਦਿੱਤਾ ਤੁਹਾਨੂੰ ਵੋਟਿੰਗ ਸਿਸਟਮ ਨੇ 75 ਵਰ੍ਹਿਆਂ ਦੇ ਵਿੱਚ? ਨਹੀਂ 75 ਵਰ੍ਹਿਆਂ ਦੇ ਵਿੱਚ ਸਾਨੂੰ ਵੋਟਿੰਗ ਸਿਸਟਮ ਨੇ ਕੁਝ ਨਹੀਂ ਦਿੱਤਾ। ਉਹਦਾ ਕਾਰਨ ਸਿਰਫ ਅਸੀਂ ਫਿਰ ਵੀ ਹਾਲੇ ਹੋਰ ਅਸੀਂ ਅਜਮਾਉਣਾ ਚਾਹੁੰਦੇ ਹਾਂ। ਨਹੀਂ ਵੋਟਿੰਗ ਸਿਸਟਮ ਚੱਲੇਗੀ, ਪਰ ਜਦੋਂ ਸਾਡੇ ਬੰਦੇ ਰਾਈਟ ਜਗ੍ਹਾ ਦੇ ਉੱਤੇ ਵੋਟ ਪਾਣਗੇ ਤਾਂ ਆਟੋਮੈਟਿਕਲੀ ਸਭ ਕੁਝ ਠੀਕ ਹੋ ਜਾਏਗਾ। ਐਂ ਤੁਹਾਨੂੰ ਲੱਗਦਾ? ਬਿਲਕੁਲ ਲੱਗਦਾ ਹੈਗਾ। ਔਰ ਇਸੇ ਕਰਕੇ ਅਸੀਂ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਾਗਰਿਤ ਕਰ ਰਹੇ ਹਾਂ, ਉਹਨਾਂ ਨੂੰ ਦੱਸ ਰਹੇ ਹਾਂ ਕਿ ਵੋਟ ਦੀ ਵੈਲਿਊ ਕੀ ਹੈ। ਜਦੋਂ ਕਹਿੰਦੇ ਕਿ ਵੀ ਸਾਰੇ ਸੰਬਸੇ ਵਾਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ, ਉਹ ਉਹੀ ਗੱਲ ਹੈ ਕਿ ਵੋਟ ਦੀ ਵੈਲਿਊ ਜਿਹੜਾ ਬੜਾ ਉੱਚੇ ਤੋਂ ਉੱਚਾ ਬੰਦਾ ਉਹਦੀ ਵੀ ਉਹੀ ਹੈ, ਜਿਹੜਾ ਨੀਵੇਂ ਤੋਂ ਨੀਵੇਂ ਬੰਦਾ ਉਹਦੀ ਵੀ ਉਹੀ ਹੈ। ਜੇ ਉਹਨਾਂ ਨੂੰ ਜਾਗਰਤੀ ਆ ਜਾਏਗੀ ਔਰ ਉੱਠ ਜਾਣਗੇ ਤਾਂ ਵੋਟ ਦੀ ਕੀਮਤ ਉਹਨਾਂ ਨੂੰ ਪਤਾ ਲੱਗ ਜਾਏਗੀ। ਔਰ ਜੇ ਵੋਟ ਦੀ ਅਸਲੀ ਕੀਮਤ ਦੇ ਉੱਤੇ ਵੋਟ ਪਾਣਗੇ ਤਾਂ ਆਟੋਮੈਟਿਕਲੀ ਰਾਜ ਚੇਂਜ ਹੋ ਜਾਏਗਾ। ਜ਼ਰੂਰ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ, ਸਵਾਲ ਹੋਰ ਵੀ ਕਾਫੀ ਜ਼ਿਆਦਾ ਹੈਗੇ ਨੇ। ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਹੋ, ਤੁਹਾਡੇ ਮਨ ਵਿੱਚ ਵੀ ਕੋਈ ਨਾ ਕੋਈ ਹੋਰ ਸਵਾਲ ਜ਼ਰੂਰ ਉਪਜਦੇ ਹੋਣਗੇ। ਮੈਨੂੰ ਲੱਗਦਾ ਕਿ ਮੇਰੇ ਕੋਲ ਵੀ ਸਵਾਲਾਂ ਦਾ ਹਲੇ ਹੋਰ ਢੇਰ ਹੈਗਾ ਕਾਫੀ ਜ਼ਿਆਦਾ। ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਹੋ, ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਜਿਹੜੇ ਤੁਹਾਡੇ ਸਵਾਲ ਹੋਣਗੇ ਕੁਝ ਹੋਰ ਨਵੇਂ। ਆਪਾਂ ਆਉਂਦੇ ਸਮੇਂ ਵਿੱਚ ਜਦੋਂ ਦੁਬਾਰਾ ਫਿਰ ਸਬੱਬ ਬਣੂਗਾ ਤਾਂ ਆਪਾਂ ਉਹ ਸਵਾਲ ਇਹਨਾਂ ਦੇ ਨਾਲ ਦੁਬਾਰਾ ਫਿਰ ਜ਼ਰੂਰ ਡਿਸਕਸ ਕਰਾਂਗੇ। ਜਾਂਦੇ ਜਾਂਦੇ 2 ਲਾਈਨਾਂ ਵਿੱਚ ਆਪਣੇ ਪੰਜਾਬ ਦੇ ਵਿੱਚ ਹੁਣ ਜਦੋਂ ਤੁਸੀਂ ਆਏ ਹੋ ਤਾਂ ਤੁਹਾਨੂੰ ਬਾਕੀ ਸੂਬਿਆਂ ਦੇ ਨਾਲੋਂ ਪੰਜਾਬ 'ਚ ਕੁਝ ਫਰਕ ਲੱਗਾ ਜਾਂ ਐਂ ਲੱਗਾ ਕਿ ਨਹੀਂ ਯਾਰ ਉੱਥੇ ਵੀ ਇਦਾਂ ਹੀ ਆ ਇੱਥੇ ਵੀ ਇਵੇਂ ਹੀ ਆ? ਪੰਜਾਬ ਤਾਂ ਇੱਕ ਮਾਰਸ਼ਲ ਕੌਮ ਹੈ, ਪੰਜਾਬ ਮਾਰਸ਼ਲ ਜਗ੍ਹਾ ਹੈ ਔਰ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਘੁੰਮੇ ਆ। ਜੋ ਸਦਭਾਵਨਾ ਜੋ ਪਿਆਰ ਸਾਨੂੰ ਪੰਜਾਬ 'ਚ ਮਿਲਿਆ ਉਸ ਤੋਂ ਵੱਡਾ ਕੁਝ ਵੀ ਨਹੀਂ ਹੋ ਸਕਦਾ। ਇਸ ਕਰਕੇ ਅਸੀਂ ਪੰਜਾਬ ਦੀ ਕਦਰ ਕਰਦੇ ਹੈਗੇ ਹਾਂ। ਪੰਜਾਬ ਐਕਚੁਅਲ ਇੰਡੀਆ ਸੋਨੇ ਦੀ ਚਿੜੀਆ ਨਹੀਂ, ਪੰਜਾਬ ਸੋਨੇ ਦੀ ਚਿੜੀਆ ਹੈਗੀ ਹੈ। ਤਾਂ ਇਸ ਕਰਕੇ ਅਸੀਂ ਆਪਣੇ ਪੂਰੇ ਭਾਰਤ ਵਰਸ਼ ਨੂੰ ਇਸੇ ਰਾਸਤੇ ਦੇ ਉੱਤੇ ਲਿਆਉਣਾ ਚਾਹੁੰਦੇ ਜਿਸ ਰਾਸਤੇ ਦੇ ਉੱਤੇ ਪੰਜਾਬ ਚੱਲ ਰਿਹਾ ਹੈਗਾ। ਔਰ ਅਸੀਂ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਵਿਰਾਜਮਾਨ ਹੈਗੇ ਆ, ਉਹਨਾਂ ਦੀ ਹਜ਼ੂਰੀ ਦੇ ਵਿੱਚ, ਜਿਹਨੇ ਸਤਿਗੁਰੂ ਮਹਾਰਾਜ ਹੈ ਉਹਨਾਂ ਦੀ ਹਜ਼ੂਰੀ ਦੇ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਇਸ ਪੋਜੀਸ਼ਨ ਦੇ ਵਿੱਚ ਆਪਣੇ ਪੰਜਾਬ ਨੂੰ ਕੀ ਪੂਰੇ ਇੰਡੀਆ ਨੂੰ ਲੈ ਕੇ ਆਵਾਂਗੇ ਜੋ ਪੰਜਾਬ ਦੇ ਵਿੱਚ ਵਿਚਰ ਰਿਹਾ ਹੈਗਾ, ਉਹਦੇ ਹਿਸਾਬ ਨਾਲ ਅਸੀਂ ਚੱਲਾਂਗੇ। ਜ਼ਰੂਰ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।